एंड वेलकम सत श्री अकाल जी। मैं हाँ हरजोत कौर ते तुहाडा सारिਆਂ ਦਾ स्वागत करती हाँ जी तुहाडे अपने मनपसंद इमीग्रेशन शो उडारी विदेशां नूं। सो लेटेस्ट अपडेट्स लैके असीं हाजिर हाँ। अज शो दे विच गल करांगे कैनेडा दे अपडेट्स दी, किस तरह दे रिजल्ट्स आ रहे ने, नाल दी नाल आस्ट्रेलिया दे कमिंग इनटेक दी गल करांगे, विद और विदाउट आइल्स जिहड़े स्टूडेंट्स अप्लाई करना चाहुंदे ने यूके नूं लैके चंगीआं ऑप्शनस दे उपर आपां अज गलबात करांगे। ते सारी डिस्कशन दे लई साडे नाल स्टूडियो विच मौजूद ने जी EIFS इमीग्रेशन सो वीज़ा एक्सपर्ट मिस्टर लविश जी। बहुत बहुत स्वागत है जी। सत श्री अकाल। सत श्री अकाल मैम जी। सब तो पहला कैनेडा के रिजल्ट्स की गल तो शुरुआत करना चाहांगी, क्योंकि सारे असीं जानते हैं ढेर सारी फाइलिंग हुई पई है, बहुत फाइलों का ढेर है कैनेडा अंबैसी दे विच। पर जो डर सता रहा है स्टूडेंट्स नूं कि रिफ्यूजल रेट हुण भी वधिया लग रहा है, आने वाले समय में की स्थिति लग रही है? मैम ਆਪਾਂ ਇਹ ਨਹੀਂ ਕਹਿ ਸਕਨੇ ਸੌਰੀ ਕਿ ਰਿਫਿਊਜ਼ਲ ਰੇਟ ਵੱਧ ਗਿਆ। ਚਲੋ ਆਪਣਾ ਇੱਕ ਨਿਊਜ਼ ਦੇ ਵਿੱਚ ਆਇਆ ਕਿ ਇਟਸ ਅਪ ਟੂ 41% ਜੀ 41% ਤੱਕ ਹੋ ਗਿਆ। ਔਰ ਇਹਦੇ ਵਿੱਚ ਮੈਂ ਇੱਕ ਚੀਜ਼ ਤੁਹਾਨੂੰ ਦੱਸਾਂ, ਮੈਂ ਫੇਸਬੁੱਕ ਰਾਹੀਂ ਵੀ ਦੇਖਿਆ, ਨਿਊਜ਼ਪੇਪਰ ਤੇ ਵੀ ਦੇਖਿਆ ਕਿ ਜੋ ਰੀਜ਼ਨ ਦਿੱਤੇ ਜਾ ਰਹੇ ਆ ਨਾ, ਜੋ ਮਤਲਬ ਇੱਕ ਮੀਡੀਆ ਵੀ ਅੱਗੇ ਦੱਸ ਰਿਹਾ ਕਿ ਇਹ ਬੇਸਿਕ ਰੀਜ਼ਨ ਹੈਗਾ, ਜਿਵੇਂ ਫੰਡਸ ਦਾ ਹੋ ਗਿਆ ਜਾਂ ਫਿਰ ਜੋ ਸਰਟੀਫਿਕੇਟ ਬਣਾ ਕੇ ਲਗਾਉਂਦੇ ਆ ਬੇਸਿਕਲੀ, ਉਹ ਸੱਚਾਈ ਹੈਗੀ ਹੈ ਬਿਲਕੁਲ। ਉਹ ਸੱਚਾਈ ਹੋ ਗਈ ਸਿਰਫ ਉਸ ਕਰਕੇ ਹੀ ਰਿਫਿਊਜ਼ਲ ਰੇਟ ਜੋ ਹੈ ਕਿ ਉਹ ਜ਼ਿਆਦਾ ਆ ਰਿਹਾ ਜੀ। ਲੇਕਿਨ ਇਦਾਂ ਨਹੀਂ ਹੈ ਕਿ ਹਰ ਬੱਚੇ ਨੂੰ ਹੀ ਰਿਫਿਊਜ਼ਲ ਮਿਲ ਰਿਹਾ, ਨਹੀਂ। ਬੱਚਿਆਂ ਨੂੰ ਇੱਕ ਚੀਜ਼ ਇਹ ਸਮਝਣਾ ਬਹੁਤ ਜ਼ਰੂਰੀ ਹੈ, ਪਿਛਲੇ 2-2.5 ਮਹੀਨੇ ਤੋਂ ਰਿਜ਼ਲਟ ਨਹੀਂ ਆ ਰਹੇ ਸੀਗੇ, ਤਾਂ ਪਿਛਲੇ 2.5 ਮਹੀਨੇ ਤੋਂ ਜੋ ਵੀ ਵੀਜ਼ਾ ਆਣੇ ਸੀਗੇ ਜਾਂ ਜੋ ਵੀ ਰਿਫਿਊਜ਼ਲ ਆਣੇ ਸੀ ਉਹ ਹੁਣ ਇਕੱਠੇ ਜਲਦੀ ਆਣਾ ਸ਼ੁਰੂ ਹੋਇਆ। ਓਕੇ, ਮਤਲਬ ਇੱਕ ਵਾਰੀ ਕਲੀਅਰ ਕਰ ਦਿੱਤਾ ਜਾਏਗਾ ਸਾਰਾ। ਇੱਕ ਵਾਰੀ, ਬਿਕੋਜ਼ 8 ਲੱਖ ਦੇ ਆਸ-ਪਾਸ ਫਾਈਲਾਂ ਪੈਂਡਿੰਗ ਸੀਗੀਆਂ। ਹੁਣ ਮੇਰੀ ਵੀ ਆਪਣੀ ਟੀਮ ਦੇ ਨਾਲ ਗੱਲ ਹੋਈ ਹੈ, ਜਦੋਂ ਆਪਾਂ ਹੁਣ ਜਨਵਰੀ ਇਨਟੇਕ ਦੀਆਂ ਫਾਈਲਾਂ ਲਗਾ ਰਹੇ ਆ ਤਾਂ ਜਸਟ ਥੋੜਾ ਵੇਟ ਕਰਨ ਨੂੰ ਕਹਿ ਰਿਹਾ, ਸਿਰਫ ਇਸ ਵਾਸਤੇ ਕਿ ਇਹ ਜੋ ਪੈਂਡੈਂਸੀ ਹੈਗੀ ਹੁਣ 7 ਲੱਖ ਦੇ ਆਸ-ਪਾਸ ਪਹੁੰਚ ਗਈ ਹੈ, ਐਟਲੀਸਟ ਇਹ ਘੱਟ ਕੇ 2 ਲੱਖ ਦੇ ਆਸ-ਪਾਸ ਆ ਜਾਏਗੀ, ਫਿਰ ਫਾਈਲਿੰਗ ਕਰਕੇ ਫਰੈਸ਼, ਤਾਂ ਕਿ ਹਾਈ ਕਮਿਸ਼ਨ ਨੂੰ ਵੀ ਪ੍ਰੋਪਰ ਟਾਈਮ ਮਿਲੇ। ਇੱਕ ਇਹ ਹੁੰਦਾ ਨਾ ਕਿ ਜਦੋਂ ਸਾਡੇ ਫਾਈਲਾਂ ਘੱਟ ਲੱਗੀਆਂ ਹੋਈਆਂ ਤਾਂ ਉਹ ਪ੍ਰੋਪਰਲੀ ਸਮੂਥਲੀ ਉਹਨੂੰ ਪ੍ਰੋਸੈਸ ਕਰ ਸਕਦੇ ਆ। ਇੱਕ ਫਾਈਲ ਉਹਨਾਂ ਨੂੰ ਚੈੱਕ ਕਰਨ ਨੂੰ ਜੇ ਉਹਨਾਂ ਨੇ 5 ਦਿਨ ਲਗਾਣੇ ਆ, ਤਾਂ ਜੇ ਉਹਨਾਂ ਕੋਲ 10 ਲੱਖ ਫਾਈਲਾਂ ਤਾਂ ਵੀ ਉਹਨਾਂ 5 ਦਿਨ ਹੀ ਲਗਾਣੇ ਆ, ਤੇ ਜੇ 50,000 ਫਾਈਲਾਂ ਫਿਰ ਵੀ 5 ਦਿਨ ਹੀ ਲਗਾਣੇ। ਹਾਂ ਬਿਲਕੁਲ, ਫਿਰ ਸਾਡਾ ਸਮੂਥ ਪ੍ਰੋਸੈਸ ਹੋ ਜਾਏਗਾ। ਇਸ ਟਾਈਮ ਸਭ ਤੋਂ ਵਧੀਆ ਇਹ ਹੋਏਗਾ ਕਿ ਜੋ ਜਨਵਰੀ ਇਨਟੇਕ ਦੇ ਵਾਸਤੇ ਜਿਨ੍ਹਾਂ ਨੇ ਪਲਾਨ ਕੀਤਾ ਹੋਇਆ ਉਹਨਾਂ ਵਾਸਤੇ ਸਹੀ ਸਮਾਂ ਹੈਗਾ ਫਾਈਲ ਲਗਾਉਣ ਦਾ। ਜੀ, ਕਿਉਂਕਿ ਆਪਾਂ ਇਸ ਟਾਈਮ ਲਗਾਵਾਂਗੇ ਸਤੰਬਰ, ਅਕਤੂਬਰ, ਨਵੰਬਰ, ਦਸੰਬਰ, ਤੁਸੀਂ 4-4.5 ਮਹੀਨੇ ਅੰਬੈਸੀ ਨੂੰ ਦੇ ਰਹੇ ਹੋ ਤੁਹਾਡੀ ਫਾਈਲ ਦੇ ਉੱਤੇ ਕੰਮ ਕਰਨ ਨੂੰ, ਔਰ 3 ਮਹੀਨੇ ਦੇ ਵਿੱਚ ਤੁਹਾਡਾ ਰਿਜ਼ਲਟ ਆ ਜਾਏਗਾ, ਬਾਈ ਨਵੰਬਰ ਐਂਡ ਤੱਕ ਤੁਹਾਡਾ ਰਿਜ਼ਲਟ ਆ ਜਾਏਗਾ। ਲੇਕਿਨ ਇਹੋ ਫਾਈਲ ਜੇ ਆਪਾਂ ਨਵੰਬਰ ਦੇ ਵਿੱਚ ਲਗਾਵਾਂਗੇ, ਮਿਡ ਨਵੰਬਰ 'ਚ ਆਪਾਂ ਲਗਾਈ, ਆਪਾਂ 1.5 ਮਹੀਨੇ ਦਾ ਟਾਈਮ ਦਿੱਤਾ, ਉਨੀ ਦੇਰ 'ਚ ਅੰਬੈਸੀ ਤੁਹਾਡੀ ਫਾਈਲ ਪ੍ਰੋਸੈਸ ਨਹੀਂ ਕਰ ਸਕਦੀ ਹੈ, ਕ੍ਰਾਸ ਵੈਰੀਫਾਈ ਨਹੀਂ ਕਰ ਸਕਦੀ, ਔਰ ਖਾਸ ਕਰ ਪੰਜਾਬ ਹਰਿਆਣਾ ਦੀਆਂ ਫਾਈਲਾਂ ਨੂੰ ਬਹੁਤ ਜ਼ਿਆਦਾ ਕ੍ਰਾਸ ਚੈੱਕ ਕੀਤਾ ਜਾਂਦਾ ਹੈ। ਫਿਰ ਆਪਾਂ ਇਹ ਕਹਿੰਦੇ ਆ ਜੀ ਅੰਬੈਸੀ ਕੰਮ ਨਹੀਂ ਕਰ ਰਹੀ, ਅੰਬੈਸੀ ਲੇਟ ਬਹੁਤ ਕਰ ਰਹੀ ਹੈ। ਮੇਜਰ ਗਲਤੀ ਸਾਡੀ ਹੈ ਕਿ ਜਦੋਂ ਇਨਟੇਕ ਸਟਾਰਟ ਹੋਣ ਵਾਲਾ ਹੁੰਦਾ ਹੈ ਆਪਾਂ 40-45 ਦਿਨ ਪਹਿਲਾਂ ਫਾਈਲ ਲਗਾਉਂਦੇ ਹਾਂ, ਜਦਕਿ ਮੇਰੇ ਹਿਸਾਬ ਨਾਲ ਉਹ ਟਾਈਮ ਸਾਡਾ ਐਟਲੀਸਟ 90 ਦਿਨ ਦਾ ਹੋਣਾ ਚਾਹੀਦਾ। 3 ਮਹੀਨੇ ਪਹਿਲਾਂ ਸਾਨੂੰ ਫਾਈਲ ਲਗਾ ਦੇਣੀ ਚਾਹੀਦੀ ਹੈ। ਬਿਲਕੁਲ ਇਹ ਤੁਸੀਂ ਸਹੀ ਪੁਆਇੰਟ ਕਿਹਾ, ਕਿਉਂਕਿ ਹਮੇਸ਼ਾ ਅਗਰ ਅਸੀਂ ਵੈਸੇ ਵੀ ਕਿਸੇ ਵੀ ਕੰਮ ਦੀ ਗੱਲ ਕਰੀਏ, ਅਗਰ ਅਸੀਂ ਘੱਟ ਟਾਈਮ ਦੇ ਵਿੱਚ ਕੋਈ ਕੰਮ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਗਲਤੀਆਂ ਦੀ ਗੁੰਜਾਇਸ਼ ਜ਼ਿਆਦਾ ਹੋ ਜਾਂਦੀ ਹੈ। ਸੋ ਰਿਫਿਊਜ਼ਲ ਦੀ ਕੋਈ ਵੀ ਗੁੰਜਾਇਸ਼ ਨਾ ਰਹੇ ਤਾਂ ਤੁਸੀਂ ਜ਼ਰੂਰ, ਅਗਰ ਕੈਨੇਡਾ ਬਾਰੇ ਸੋਚ ਰਹੇ ਹੋ 3 ਮਹੀਨੇ ਪਹਿਲਾਂ, ਈਵਨ ਕਿਸੇ ਵੀ ਕੰਟਰੀ ਬਾਰੇ ਸੋਚਦੇ ਹੋ, ਨੈਕ ਟੂ ਨੈਕ ਟਾਈਮ ਦੇ ਵਿੱਚ ਅਪਲਾਈ ਨਾ ਕਰਿਆ ਕਰੋ, ਖੁੱਲੇ ਟਾਈਮ ਲੈ ਕੇ ਪੂਰਾ ਡਿਟੇਲ ਦੇ ਵਿੱਚ ਜਾ ਕੇ ਸਮਝ ਕੇ ਉਸ ਤੋਂ ਬਾਅਦ ਪ੍ਰੋਸੈਸ ਸ਼ੁਰੂ ਕਰਵਾਇਆ ਕਰੋ। ਬਾਕੀ ਦਾ ਅੰਦਾਜ਼ੀਆ ਲਗਾਤਾਰ ਨੰਬਰ ਡਿਸਪਲੇ ਹੋ ਰਿਹਾ ਜੀ ਸਕਰੀਨ ਦੇ ਉੱਪਰ, ਤੁਹਾਡਾ ਕੋਈ ਵੀ ਸਵਾਲ ਹੋਵੇ ਤੁਸੀਂ ਸ਼ੋਅ ਦੇ ਵਿੱਚ ਕਾਲ ਕਰ ਸਕਦੇ ਹੋ, ਤੁਹਾਡੀ ਡਾਇਰੈਕਟ ਕਾਲ ਜੋ ਹੈ ਰਿਸੀਵ ਕੀਤੀ ਜਾਏਗੀ। ਸ਼ੋਅ ਤੋਂ ਬਾਅਦ ਵੀ ਤੁਸੀਂ ਸੇਮ ਇਸੇ ਨੰਬਰ ਤੇ ਕਾਲ ਕਰਕੇ EIFS ਇਮੀਗ੍ਰੇਸ਼ਨਸ ਤੋਂ ਚੰਗੀ ਸਲਾਹ ਲੈ ਸਕਦੇ ਹੋ। EIFS ਦੀ ਟੀਮ ਜਿਹੜੀ ਹੈ ਤੁਹਾਨੂੰ ਚੰਗੀ ਸਲਾਹ ਦੇਣ ਲਈ ਹਰ ਵੇਲੇ ਤਿਆਰ ਬੈਠੀ ਹੈ, ਤੇ ਸੈਕਟਰ 40C ਚੰਡੀਗੜ੍ਹ ਵਿੱਚ ਇਹਨਾਂ ਦਾ ਆਫਿਸ ਹੈ। ਤੁਸੀਂ ਆਪਣੇ ਡਾਕੂਮੈਂਟਸ ਲੈ ਕੇ ਇੱਥੇ ਵਿਜ਼ਿਟ ਕਰ ਸਕਦੇ ਹੋ ਤਾਂ ਕਿ ਟਾਈਮਲੀ ਤੁਹਾਨੂੰ ਪਤਾ ਚੱਲ ਸਕੇ ਤੁਹਾਡੀ ਪ੍ਰੋਫਾਈਲ ਦੇ ਅਕੋਰਡਿੰਗਲੀ ਕਿਹੜੀਆਂ ਬੈਸਟ ਆਪਸ਼ਨਸ ਨੇ, ਤੁਸੀਂ ਕਿੱਥੇ ਲਈ ਐਲੀਜੀਬਲ ਹੋ ਤੇ ਤੁਹਾਨੂੰ ਅਪਲਾਈ ਕਰਨਾ ਚਾਹੀਦਾ ਚੰਗੇ ਰਿਜ਼ਲਟਸ ਦੇ ਲਈ। ਕੈਨੇਡਾ SDS ਨੌਨ SDS ਦੀ ਗੱਲ ਹੁੰਦੀ ਹੈ, ਸਟੂਡੈਂਟਸ ਕੈਟੇਗਰੀ ਵਾਈਜ਼ ਵੰਡੇ ਗਏ ਨੇ, ਪਰ ਗੱਲ ਜਦੋਂ ਰਿਫਿਊਜ਼ਲਸ ਹੀ ਆ ਜਾਂਦੀ ਹੈ, ਸਟੂਡੈਂਟਸ 1 ਵਾਰੀ 2 ਵਾਰੀ 3 ਵਾਰੀ ਰਿਫਿਊਜ਼ਲ ਲੈ ਕੇ ਪਰੇਸ਼ਾਨ ਨੇ, ਉਹਨਾਂ ਨੂੰ ਤੁਸੀਂ ਕੀ ਸੁਜੈਸਟ ਕਰਦੇ ਹੋ? ਇੱਛਾ ਭਾਵੇਂ ਉਹਨਾਂ ਦੀ ਕੈਨੇਡਾ ਜਾਣ ਦੀ ਹੀ ਹੈ, ਕੀ ਉਹਨਾਂ ਨੂੰ ਡਿਸੀਜਨ ਇਹੀ ਲੈਣਾ ਚਾਹੀਦਾ ਹੈ, ਕੈਨੇਡਾ ਅਪਲਾਈ ਕਰਨਾ ਚਾਹੀਦਾ ਜਾਂ ਫਿਰ ਆਸਟ੍ਰੇਲੀਆ ਜਾਂ UK ਵਰਗੀ ਆਪਸ਼ਨਸ ਤੇ ਕੰਮ ਕਰਨਾ ਚਾਹੀਦਾ? ਦੇਖੋ ਇੱਧਰ ਦੋ ਚੀਜ਼ਾਂ ਆ ਜਾਂਦੀਆਂ, ਜੇਕਰ ਤੁਸੀਂ 2 ਜਾਂ 3 ਵਾਰ ਰਿਫਿਊਜ਼ਡ ਹੋ, ਫਸਟ ਆਫ ਆਲ ਤੁਸੀਂ ਆਪਣੀ ਪ੍ਰੋਫਾਈਲ ਨੂੰ ਦੇਖੋ। ਪ੍ਰੋਫਾਈਲ ਅਕੋਰਡਿੰਗ ਟੂ ਕੈਨੇਡੀਅਨ ਇਮੀਗ੍ਰੇਸ਼ਨ ਲਾਜ਼ ਹੈਗੀ ਹੈ, ਤੁਸੀਂ ਚੌਥੀ ਵਾਰ ਵੀ ਟਰਾਈ ਕਰੋ, ਬਿਕੋਜ਼ ਚੌਥੀ ਵਾਰ ਦੇ ਵਿੱਚ ਮੈਂ ਵੀ ਵੀਜ਼ਾ ਲਿਆ ਹੋਇਆ ਇੱਕ ਸਟੂਡੈਂਟ ਦਾ, ਇੱਕੋ ਸਟੂਡੈਂਟ ਦਾ ਲਿਆ, ਬਾਕੀ ਦੋ ਰਿਫਿਊਜ਼ਲ ਦੇ ਬਾਅਦ ਆਪਾਂ ਲਏ ਆ ਕਾਫੀ ਵੀਜ਼ੇ, ਪਰ ਚੌਥੀ ਚਾਂਸ ਦੇ ਵਿੱਚ ਆਪਾਂ ਇੱਕ ਸਟੂਡੈਂਟ ਦਾ ਵੀਜ਼ਾ ਲਿਆ ਹੋਇਆ। ਲੇਕਿਨ ਉਹਦੀ ਪ੍ਰੋਫਾਈਲ ਸੀਗੀ, ਉਹਦੇ ਵਿੱਚ ਕਲੀਅਰ ਕੱਟ ਕੀ ਸੀਗਾ, ਉਹਨਾਂ ਨੇ ਇੱਕ ਰੀਜ਼ਨ ਦਿੱਤਾ ਸੀ, ਯੂਅਰ ਲੈਂਗੁਏਜ ਐਬਿਲਿਟੀਜ਼। ਠੀਕ ਹੈ ਜੀ। ਜਦੋਂ ਲੈਂਗੁਏਜ ਐਬਿਲਿਟੀਜ਼ ਦਾ ਉਹਨੂੰ ਇਹ ਚੀਜ਼ ਆਈ ਹੈ ਤਾਂ ਆਪਾਂ ਉਹਨੂੰ ਆਇਲਸ ਦੁਆਰਾ ਕਰਵਾ ਕੇ, ਉਹਨੇ ਆਇਲਸ ਆਪਣੀ ਇੰਪਰੂਵ ਕੀਤੀ ਹੈ, ਫਿਰ ਫਾਈਲ ਲਗਾਈ ਔਰ ਵਿਦਿਨ 24 ਡੇਜ਼ ਉਹਦਾ ਵੀਜ਼ਾ ਵੀ ਗ੍ਰਾਂਟ ਹੋ ਗਿਆ ਜੀ, ਕਿਉਂਕਿ ਹਾਈ ਕਮਿਸ਼ਨ ਇਹ ਚੀਜ਼ ਦੱਸਦੀ ਕਿ ਤੁਹਾਡੀ ਫਾਈਲ 'ਚ ਇਹ ਕਮਜ਼ੋਰੀ ਹੈਗੀ। ਇੱਦਾਂ ਜੇ ਪ੍ਰਪੋਜ਼ ਕੋਰਸ ਆ ਜਾਂਦਾ, ਮੈਂ ਕਿਸੇ ਬੱਚੇ ਦੇ ਕੈਪਸ ਨੋਟ ਪੜ੍ਹੇ ਸੀ,
ਉਧਰ ਉਹਨਾਂ ਨੇ ਇਹ ਚੀਜ਼ ਲਿਖੀ ਹੋਈ ਸੀ ਕਿ ਕੋਰਸ ਜੋ ਤੁਸੀਂ ਲੈ ਕੇ ਜਾ ਰਹੇ ਹੋ ਇਹ ਕੈਨੇਡਾ ਦੇ ਮੁਕਾਬਲੇ ਤੁਹਾਨੂੰ ਇੰਡੀਆ ਦੇ ਵਿੱਚ ਸਸਤਾ ਹੈ, ਠੀਕ ਹੈ, ਫਿਰ ਤੁਸੀਂ ਵਾਪਸ ਨਹੀਂ ਆਉਣਾ ਕਿਉਂਕਿ ਮਹਿੰਗਾ ਕੋਰਸ ਕਰਨ ਜਾ ਰਹੇ ਹੋ। ਬਿਲਕੁਲ। ਦੂਜਾ ਉਹਨਾਂ ਨੇ ਰੀਜ਼ਨ ਦਿੱਤਾ ਸੀ ਕਿ ਜੋ ਤੁਸੀਂ ਨਾਲ ਆਪਣੇ ਡਿਪਲੋਮਾ ਸਰਟੀਫਿਕੇਟ ਲਗਾਏ ਆ, ਕੋਈ ਗੈਪ ਕਵਰ ਕਰਨ ਵਾਸਤੇ ਲਗਾਏ ਹੋਣੇ ਆ, ਜੀ, that come from a non accredited institution, ਮਤਲਬ ਕਿਸੇ ਵੀ ਬਿਲਕੁਲ ਸੈਂਟਰ ਤੋਂ ਬਣਾ ਕੇ ਉਹਨਾਂ ਨੇ ਲਗਾ ਦਿੱਤਾ। ਵੈਸੇ ਹੀ, ਹਾਂਜੀ। ਹੁਣ ਜਦੋਂ ਉਹਨਾਂ ਨੇ ਹਾਈ ਕਮਿਸ਼ਨ ਨੇ ਕਹਿਤਾ ਕਿ ਇਹ ਸਰਟੀਫਿਕੇਟ ਜੋ ਹੈਗੇ ਆਪਾਂ ਇਹਨਾਂ ਨੂੰ ਕੋਈ ਵੈਲਿਊ ਨਹੀਂ ਦਿੰਨੀ ਆ, ਠੀਕ ਹੈ। ਹੁਣ ਅਗਲੀ ਵਾਰ ਜੇ ਬੱਚਾ ਕੈਨੇਡਾ ਟਰਾਈ ਕਰੇਗਾ ਉਹ ਸਰਟੀਫਿਕੇਟ ਹਟਾ ਨਹੀਂ ਸਕਦਾ ਕਿਉਂਕਿ ਐਮਬੈਸੀ ਕੋਲ ਇਨਫੋਰਮੇਸ਼ਨ ਇੱਕ ਵਾਰ ਜਾ ਚੁੱਕੀ ਹੈ ਯੂਸੀਏ ਦੇ ਵਿੱਚ, ਬਿਲਕੁਲ, ਠੀਕ ਹੈ। ਸੇਮ ਸਰਟੀਫਿਕੇਟ ਨਾਲ ਲਗਾਓਗੇ ਫਿਰ ਰਿਫਿਊਜ਼ਲ ਆਏਗਾ ਕਿਉਂਕਿ ਉਹਨਾਂ ਇੱਕ ਵਾਰ ਉਹ ਸਰਟੀਫਿਕੇਟ ਤੁਹਾਡੇ ਡਿਨਾਈ ਕਰਦੇ ਨੇ, ਬਿਲਕੁਲ। ਫਿਰ ਜੇ ਇਦਾਂ ਦਾ ਕੁਝ ਹੈਗਾ ਤਾਂ ਉਹਨਾਂ ਬੱਚਿਆਂ ਨੂੰ ਕੈਨੇਡਾ ਦੇ ਪਿੱਛੇ ਭੱਜਣ ਦੇ ਬਜਾਏ ਦੂਜਾ ਆਪਸ਼ਨ ਦੇਖ ਲਓ। ਦੇਖੋ ਰੀਸੈਂਟ ਪਾਸ ਆਊਟ ਤੁਸੀਂ ਵੀਕ ਕੀ ਪਾਸ ਆਊਟ ਹੋ, ਟਰਾਈ ਫॉर ਆਸਟ੍ਰੇਲੀਆ, ਆਇਲਸ ਦਾ ਸਕੋਰ ਹੈਗਾ ਪੀਟੀ ਦਾ ਜਾਂ ਫਿਰ ਤੁਸੀਂ ਯੂਕੇ ਵਾਸਤੇ ਟਰਾਈ ਕਰ ਲਓ। ਜਦੋਂ ਤੁਸੀਂ ਇੱਕ ਇੰਟਰਨੈਸ਼ਨਲ ਐਜੂਕੇਸ਼ਨ ਲੈ ਲੈਂਦੇ ਹੋ ਇੱਕ ਕੰਟਰੀ ਦੇ ਵਿੱਚ, ਤੁਹਾਡੇ ਕੋਲ ਫਿਰ ਫਰਦਰ ਜੇ ਸੁਪਨਾ ਤੁਹਾਡਾ ਪੀਆਰ ਹੋਣ ਦਾ ਕੈਨੇਡਾ ਵਿੱਚ ਹੀ ਹੈਗਾ, ਤੁਸੀਂ ਆਸਟ੍ਰੇਲੀਆ ਦੇ ਵਿੱਚ ਸਟੱਡੀ ਕਰਕੇ ਫਿਰ ਵੀ ਕੈਨੇਡਾ ਮੂਵ ਹੋ ਸਕਦੇ ਹੋ। ਇਦਾਂ ਨਹੀਂ ਹੈਗਾ ਕਿ ਤੁਸੀਂ ਸਿਰਫ ਆਸਟ੍ਰੇਲੀਆ 'ਚ ਜਾਂਦੇ ਹੋ ਸਟੂਡੈਂਟ ਵੀਜ਼ਾ ਤੇ ਆਸਟ੍ਰੇਲੀਆ ਹੀ ਤੁਹਾਡੇ ਵਾਸਤੇ ਰਹਿ ਗਿਆ, ਕੈਨੇਡਾ ਨਹੀਂ ਬਚਿਆ ਜੀ। ਇਦਾਂ ਕੁਝ ਵੀ ਨਹੀਂ ਹੁੰਦਾ। ਔਰ ਇਹਦੇ 'ਚ ਇੱਕ ਬੈਨੀਫਿਟ ਤੁਹਾਨੂੰ ਮੈਂ ਦੱਸ ਦਵਾਂ, ਜੋ ਵੀ ਬੱਚਾ ਯੂਕੇ ਜਾਂ ਆਸਟ੍ਰੇਲੀਆ ਜਾ ਕੇ ਪੜ੍ਹੇਗਾ ਇੱਕ ਉਹਦੇ ਇੰਟਰਨੈਸ਼ਨਲ ਐਜੂਕੇਸ਼ਨ ਆ ਜਾਏਗੀ, ਉਹਦੇ ਕੋਲ ਇੰਟਰਨੈਸ਼ਨਲ ਵਰਕਿੰਗ ਐਕਸਪੀਰੀਅੰਸ ਆ ਜਾਏਗਾ, ਪੈਸੇ ਵੀ ਜੋੜੇਗਾ ਬੱਚਾ, ਬਿਲਕੁਲ ਪੀਆਰ ਵੀ ਤਾਂ ਪਾ ਸਕਦਾ ਕੈਨੇਡਾ ਜਾਂ ਹਾਇਰ ਸਟੱਡੀ ਵਾਸਤੇ ਵੀ ਜਾ ਸਕਦਾ। ਤਾਂ ਹਾਂ, ਜੇਕਰ ਤੁਸੀਂ ਕੁਆਲੀਫਾਈ ਨਹੀਂ ਕਰਦੇ ਉਸ ਰੀਜ਼ਨ ਦੇ ਵਾਸਤੇ ਕੈਨੇਡਾ ਦੇ ਵਾਸਤੇ ਆਪਣੇ ਰਿਫਿਊਜ਼ਲ ਦੇ ਅਕੋਰਡਿੰਗਲੀ, ਸਵਿਚ ਓਵਰ ਕੰਟਰੀ। ਐਦਾਂ ਨਾ ਹੋਵੇ ਕਿ ਕੈਨੇਡਾ ਕਰਦੇ ਹੀ ਬਾਅਦ ਚੋਂ ਫਿਰ ਆਪਾਂ ਤੁਹਾਨੂੰ ਤੁਹਾਡੇ ਏਜੰਟ ਜੋ ਹੈਗੇ ਇੱਕੋ ਕਹਿਣ ਯੂਰਪ, ਬਿਲਕੁਲ ਬਿਲਕੁਲ ਲਾਸਟ ਦੇ ਵਿੱਚ ਨਾ ਸਾਰਿਆਂ ਵਾਸਤੇ ਆ ਜਾਂਦਾ ਹੈ ਸਿੰਗਾਪੁਰ, ਯੂਰਪ ਜਾਂ ਸਾਈਪ੍ਰਸ, ਬਿਲਕੁਲ ਸਾਰਿਆਂ ਨੂੰ ਲਾਸਟ 3 ਆਪਸ਼ਨ ਦਿੱਤੇ ਜਾਂਦੇ ਆ। ਤਾਂ ਰਾਦਰ ਦੈਨ ਬਾਰ-ਬਾਰ ਮਨੀ ਵੇਸਟ ਕਰਨ ਤੋਂ ਬਜਾਏ ਜੋ ਮੈਂ ਤੁਹਾਨੂੰ ਚੀਜ਼ ਦੱਸੀ ਆਪਣੀ ਪ੍ਰੋਫਾਈਲ ਨੂੰ ਦੇਖੋ, ਰਿਫਿਊਜ਼ਲ ਨੂੰ ਦੇਖੋ। ਜੇ ਤੁਸੀਂ ਦੁਬਾਰਾ ਐਲੀਜੀਬਲ ਨਹੀਂ ਹੁੰਦੇ ਹੋ, ਆਪਣਾ ਕਵਰ ਅਪ ਨਹੀਂ ਕਰ ਸਕਦੇ, ਰਿਫਿਊਜ਼ਲ ਦੇ ਰੀਜ਼ਨ ਨੂੰ ਜਸਟੀਫਾਈ ਨਹੀਂ ਕਰ ਸਕਦੇ, ਥਿੰਕ ਅਬਾਊਟ ਆਸਟ੍ਰੇਲੀਆ ਔਰ ਯੂਕੇ ਜਾਂ ਯੂਐਸਏ ਵਾਸਤੇ ਸੋਚ ਸਕਦੇ ਹੋ। ਜੀ 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 ਬਿਲਕੁਲ ਸਹੀ, ਬਹੁਤ ਵਧੀਆ ਤੁਸੀਂ ਐਗਜ਼ਾਮਪਲ ਵੀ ਦਿੱਤੀ ਹੈ ਕਿ ਜੋ ਕਿਉਂਕਿ ਕਈ ਗਲਤੀਆਂ ਐਸੀਆਂ ਹੁੰਦੀਆਂ ਜਿਨ੍ਹਾਂ ਨੂੰ ਅਸੀਂ ਦੁਬਾਰਾ ਅਪਲਾਈ ਕਰਨ ਵੇਲੇ ਸੁਧਾਰ ਸਕਦੇ ਹਾਂ, ਪਰ ਕੁਝ ਗਲਤੀਆਂ ਜਿਵੇਂ ਕਿ ਡਾਕੂਮੈਂਟਸ ਦੀ ਅਗਰ ਗੱਲ ਕਰੀਏ ਜੋ ਰਿਕਾਰਡ ਵਿੱਚ ਚਲੇ ਗਏ ਨੇ ਜਿਨ੍ਹਾਂ ਨੂੰ ਚੇਂਜ ਨਹੀਂ ਕਰ ਸਕਦੇ ਹਾਂ, ਸੋ ਉਹਨਾਂ ਸਟੂਡੈਂਟਸ ਨੂੰ ਖੁਦ ਸਮਝਣਾ ਚਾਹੀਦਾ ਹੈ ਕਿ ਬਾਰ-ਬਾਰ ਅਪਲਾਈ ਕਰਨ ਤੇ ਰਿਫਿਊਜ਼ਲ ਫੇਸ ਕਰਨ ਨਾਲੋਂ ਵਧੀਆ ਕਿ ਆਪਾਂ ਕਿਸੇ ਹੋਰ ਚੰਗੀ ਆਪਸ਼ਨ ਦੇ ਉੱਪਰ ਕੰਮ ਕਰ ਲਈਏ। ਆਪਾਂ ਆਸਟ੍ਰੇਲੀਆ ਬਾਰੇ ਵੀ ਜ਼ਰੂਰ ਗੱਲ ਕਰਾਂਗੇ ਕਿਉਂਕਿ ਆਸਟ੍ਰੇਲੀਆ ਨੂੰ ਲੈ ਕੇ ਵੀ ਸਾਡੇ ਕੋਲ ਢੇਰ ਸਾਰੇ ਸਵਾਲ ਜੋ ਹੈ ਸਟੂਡੈਂਟਸ ਆਉਂਦੇ ਰਹਿੰਦੇ ਨੇ। ਫਿਲਹਾਲ ਸਭ ਤੋਂ ਪਹਿਲਾਂ ਤਾਂ ਇਹੀ ਜਾਣਨਾ ਚਾਹੂੰਗੀ ਕਿ ਆਸਟ੍ਰੇਲੀਆ ਅਗਰ ਅਪਲਾਈ ਕਰਨਾ ਚਾਹੁੰਦੇ ਨੇ ਸਟੂਡੈਂਟ, ਕਿਹੜੇ ਇਨਟੇਕ ਲਈ ਹੁਣ ਅਪਲਾਈ ਕਰਨ? ਇਸ ਟਾਈਮ ਦੇਖੋ ਜੋ ਆਸਟ੍ਰੇਲੀਆ ਦਾ ਇਨਟੇਕ ਚੱਲ ਰਿਹਾ ਬੱਚਿਆਂ ਵਾਸਤੇ ਉਹ ਹੈਗਾ ਨਵੰਬਰ, ਨੈਕਸਟ ਆਪਸ਼ਨ ਇਜ਼ ਫੈਬਰੂਰੀ, ਓਕੇ। ਬਟ ਇਸ ਟਾਈਮ ਨਵੰਬਰ ਇਨਟੇਕ ਸਾਡਾ ਪ੍ਰੋਸੈਸ ਦੇ ਵਿੱਚ ਹੈਗਾ ਹੈ। ਤਾਂ ਜੋ ਬੱਚੇ ਆਸਟ੍ਰੇਲੀਆ ਜਾਣਾ ਚਾਹੁੰਦੇ ਆ ਨਵੰਬਰ ਇਨਟੇਕ ਦੇ ਵਾਸਤੇ ਅਪਲਾਈ ਕਰ ਲਓ। ਖਾਸ ਕਰ ਮੈਂ ਕਹਿਣਾ ਚਾਹਾਂਗਾ 2020 ਪਾਸ ਆਊਟ ਬੱਚਿਆਂ ਵਾਸਤੇ, ਠੀਕ ਹੈ, ਕਿਉਂਕਿ ਹੁਣੇ ਸੀਬੀਐਸਈ ਦਾ ਰਿਜ਼ਲਟ ਆ ਕੇ ਹਟ ਚੁੱਕਿਆ ਹੈ। ਬੱਚੇ ਆਇਲਸ ਕਾਫੀ ਕਰ ਵੀ ਚੁੱਕੇ ਹਨ, ਕਾਫੀ ਕਰ ਵੀ ਰਹੇ ਨੇ ਜਾਂ ਆਇਲਸ ਰਿਪੀਟ ਕਰ ਰਹੇ ਨੇ। ਜਦੋਂ ਉਹ ਬੱਚੇ ਇੱਕ ਵਾਰ ਯੂਨੀਵਰਸਿਟੀ 'ਚ ਪਹੁੰਚਣਾ ਸ਼ੁਰੂ ਹੋ ਗਏ, ਫਿਰ ਸਾਰਿਆਂ ਨੂੰ ਪਤਾ ਹੈਗਾ ਕਿ ਆਸਟ੍ਰੇਲੀਆ ਇਸ ਮਾਮਲੇ ਬਹੁਤ ਸਟ੍ਰਿਕਟ ਚੱਲਦਾ ਹੈ, ਬਿਲਕੁਲ ਬੱਚਿਆਂ ਨੂੰ ਬੜੇ ਢੰਗ ਨਾਲ ਰਿਫਾਈਨ ਕਰਦਾ ਉਹ। ਫਿਰ 20 ਵਾਲਿਆਂ ਵਾਸਤੇ ਆਪਸ਼ਨ ਖਤਮ ਹੋ ਜਾਣਾ ਹੈ। ਤਾਂ ਜੋ ਖਾਸ ਕਰ 2020 ਪਾਸ ਆਊਟ ਬੱਚੇ ਹੈ ਆਸਟ੍ਰੇਲੀਆ ਤੁਸੀਂ ਜਾਣਾ ਚਾਹੁੰਦੇ ਹੋ ਤਾਂ ਆਹ ਬਿਲਕੁਲ ਸਹੀ ਸਮਾਂ ਹੈਗਾ ਤੁਹਾਡਾ ਆਸਟ੍ਰੇਲੀਆ ਦੇ ਅਪਲਾਈ ਕਰਨ ਦੇ ਵਾਸਤੇ। ਨਵੰਬਰ ਇਨਟੇਕ ਦੇ ਵਾਸਤੇ ਅਪਲਾਈ ਕਰੋ ਜਾਂ ਫਿਰ ਅਪਕਮਿੰਗ ਫੈਬਰੂਰੀ ਵਾਸਤੇ ਵੀ ਤੁਸੀਂ ਅਪਲਾਈ ਕਰ ਸਕਦੇ ਹੋ। ਫਿਲਹਾਲ ਨਵੰਬਰ ਇਨਟੇਕ ਫੁੱਲੀ ਓਪਨ ਹੈਗਾ ਆਸਟ੍ਰੇਲੀਆ ਦਾ। ਜੀ 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 ਬਿਲਕੁਲ। ਔਰ ਐਲੀਜੀਬਿਲਿਟੀ ਦੀ ਵੀ ਮੈਂ ਗੱਲ ਥੋੜੀ ਜਿਹੀ ਜ਼ਰੂਰ ਕਰਨਾ ਚਾਹਾਂਗੀ, ਕਿਹੜੇ ਸਟੂਡੈਂਟਸ, ਕਿਉਂਕਿ ਗੈਪ ਨੂੰ ਲੈ ਕੇ ਵੀ ਕਲੀਅਰ ਕਰਨਾ ਚਾਹਾਂਗੇ ਕਿੰਨੀ ਈਅਰ ਪਾਸ ਆਊਟ ਸਟੂਡੈਂਟਸ ਹਲੇ ਵੀ ਅਪਲਾਈ ਕਰ ਸਕਦੇ ਨੇ ਤਾਂ ਕਿ ਇਸ ਇਨਟੇਕ ਤੋਂ ਜੋ ਹੈ ਉਹ ਨਾ ਖੁੰਝ ਜਾਣ, ਉਹਨਾਂ ਦੀ ਐਡਮਿਸ਼ਨ ਜੋ ਟਾਈਮਲੀ ਹੋ ਜਾਏ। ਸਵਾਲ ਕੰਟੀਨਿਊ ਕਰਦੀ ਹਾਂ, ਕਾਲਰ ਸਾਡੇ ਨਾਲ ਜੁੜਨੇ ਸ਼ੁਰੂ ਹੋ ਚੁੱਕੇ ਨੇ, ਕਾਲ ਰਿਸੀਵ ਕਰਦੇ ਹਾਂ ਪਹਿਲਾਂ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਮੈਮ ਸਿਮਰਨ ਕੌਰ ਗੱਲ ਕਰ ਰਹੀ ਹਾਂ ਰੋਪੜ ਤੋਂ। ਹਾਂਜੀ ਸਿਮਰਨ ਜੀ, ਕੀ ਸਵਾਲ ਹੈ? ਮੈਮ ਸਿਮਰਨ ਕੌਰ ਗੱਲ ਕਰ ਰਹੀ ਹਾਂ ਰੋਪੜ ਤੋਂ। ਹਾਂਜੀ ਹਾਂਜੀ, ਸਵਾਲ ਕੀ ਹੈ ਤੁਹਾਡਾ? ਮੈਮ ਮੈਂ ਗ੍ਰੈਜੂਏਸ਼ਨ ਕੀਤੀ ਹੈ 2021 ਦੇ ਵਿੱਚ। ਠੀਕ ਹੈ, ਗ੍ਰੈਜੂਏਸ਼ਨ 2021 ਦੇ ਵਿੱਚ ਕੀਤੀ ਹੈ। ਹਾਂਜੀ, ਕਿੰਨੀ ਤੁਹਾਡੀ ਪਰਸੈਂਟੇਜ ਹੈ? ਆਇਲ ਸਕੋਰ ਕਿੰਨਾ ਹੈ? ਮੈਮ 74% ਨੇ, 6.5 ਨਾਟ ਲੈਸ ਦੈਨ 6 ਆਇਲ ਸਕੋਰ ਹੈ। ਕਿੱਥੇ ਅਪਲਾਈ ਕਰਨਾ ਚਾਹੁੰਦੇ ਹੋ? ਮੈਮ ਯੂਕੇ ਕਰਨਾ ਹੈ ਵਿਦ ਸਪਾਊਸ। ਵਿਦ ਸਪਾਊਸ ਜਾਣਾ ਚਾਹੁੰਦੇ ਹੋ? ਹਾਂਜੀ ਸਰ। ਜੀ ਬਿਲਕੁਲ ਸਿਮਰਨ, ਤੁਸੀਂ ਅਪਲਾਈ ਕਰ ਸਕਦੇ ਹੋ। ਇੱਕ ਵਾਰ ਆਪਣੇ +2 ਦੇ ਮਾਰਕਸ ਦੱਸੋਗੇ ਮੈਨੂੰ ਕੀ ਹੈਗੇ? 74% ਗ੍ਰੈਜੂਏਸ਼ਨ ਦੇ ਵਿੱਚ ਤੇ 80% ਹੈਗੇ ਨੇ +2 ਚ। ਤੇ ਸਬਜੈਕਟ ਕਿਹੜੇ ਸੀਗੇ? ਠੀਕ ਹੈ ਸਿਮਰਨ, ਤੁਸੀਂ ਤੁਹਾਡੇ ਸਪਾਊਸ ਦੀ ਐਜੂਕੇਸ਼ਨ ਕਿੰਨੀ ਹੈਗੀ ਹੈ, ਕਿੰਨਾ ਪੜ੍ਹੇ ਆ ਉਹ?
ਗ੍ਰੈਜੂਏਸ਼ਨ ਹੈਗੀ ਹੈ ਸਰ ਉਹਨਾਂ ਦੀ B.Com। ਜੀ ਬਿਲਕੁਲ, ਤੁਸੀਂ ਸਿਮਰਨ ਅਪਲਾਈ ਕਰ ਸਕਦੇ ਹੋ। ਔਰ ਤੁਹਾਡਾ ਜਿੱਦੋਂ ਆਪਾਂ ਇੱਕ ਕਹਿੰਦੇ ਆ ਕਿ ਕ੍ਰੀਮ ਕੇਸ ਜੋ ਹੁੰਦਾ ਹਾਂਜੀ ਬਿਕੋਜ਼ ਜਦੋਂ ਵੀ ਆਪਾਂ ਸਪਾਊਸ ਕੇਸ ਭਲੇ ਤੁਸੀਂ ਆਸਟ੍ਰੇਲੀਆ ਦੇਖ ਲਓ, UK ਦੇਖ ਲਓ, ਜੇ ਮੇਨ ਐਪਲੀਕੈਂਟ ਔਰ ਸਪਾਊਸ ਦੋਨੋਂ ਗ੍ਰੈਜੂਏਟ ਹੈਗੇ ਆ ਔਰ ਐਪਲੀਕੈਂਟ ਜਦੋਂ ਮਾਸਟਰਸ ਦੇ ਵਾਸਤੇ ਜਾਂਦਾ ਹੈ ਜੀ ਸਪਾਊਸ ਦਾ ਵੀਜ਼ਾ ਹਮੇਸ਼ਾ ਅਸ਼ੋਰਡ ਹੁੰਦਾ ਹੈ। ਇਹ ਇੱਕ ਪੱਕੀ ਗੱਲ ਹੈਗੀ ਹੈ। ਅਗਰ ਤੁਸੀਂ ਔਰ ਤੁਹਾਡਾ ਸਪਾਊਸ ਗ੍ਰੈਜੂਏਟ ਹੈਗੇ ਆ, ਤੁਸੀਂ ਮਾਸਟਰ ਦੇ ਵਾਸਤੇ ਜਾ ਰਹੇ ਹੋ ਤਾਂ ਆਪਣੇ ਵੀਜ਼ਾ ਨੂੰ ਅਪਰੂਵ ਸਮਝੋ। ਵੈਸੇ ਇੱਕ ਬਹੁਤ ਵਧੀਆ ਗੱਲ ਹੈਗੀ ਹੈ, ਸਪਾਊਸ ਕੇਸ ਲਗਾਉਣਾ ਚਾਹੁੰਦੇ ਸੀ ਔਰ ਅਗਰ ਕੈਨੇਡਾ ਵਾਂਗੂ ਆਪਾਂ ਦੇਖਿਆ SDS ਵਿੱਚ ਫਾਲ ਕਰਦੇ ਆ, ਬਟ ਇਹ ਸਪਾਊਸ ਦੀ ਰਿਕੁਆਇਰਮੈਂਟ ਸਮਝਦੇ ਆ ਕਿ ਆਪਾਂ UK ਵਿੱਚ ਹੀ ਆਪਾਂ ਨਾਲ ਲੈ ਕੇ ਜਾ ਸਕਦੇ ਹਾਂ। ਤੇ UK ਵਾਸਤੇ ਤੁਸੀਂ ਬਿਲਕੁਲ ਅਪਲਾਈ ਕਰ ਸਕਦੇ ਹੋ ਔਰ ਤੁਸੀਂ ਇਸ ਸਕੋਰ ਦੇ ਉੱਤੇ ਨਾਲ ਆਸਟ੍ਰੇਲੀਆ ਵਾਸਤੇ ਵੀ ਅਪਲਾਈ ਕਰ ਸਕਦੇ ਹੋ। ਦੋਨੋਂ ਵਾਸਤੇ ਐਲੀਜੀਬਲ ਹੈਗੇ ਆ ਬਿਕੋਜ਼ ਨਾ ਤੁਹਾਡਾ ਕੋਈ ਗੈਪ ਹੈਗਾ ਜ਼ਿਆਦਾ, ਜਸ ਸਾਲ ਸਵਾ ਸਾਲ ਦਾ ਕੋਈ ਫਰਕ ਨਹੀਂ ਪੈਂਦਾ। ਜੀ ਮਾਰਕਸ ਚੰਗੇ ਹੈਗੇ ਆ, ਆਇਲ ਸਕੋਰ ਗੁੱਡ ਹੈਗਾ, ਤਾਂ ਦੇਰ ਨਾ ਕਰੋ, ਇੱਕ ਵਾਰ ਸਾਡੇ ਆਫਿਸ ਤੁਸੀਂ ਜ਼ਰੂਰ ਵਿਜ਼ਿਟ ਕਰੋ, ਪ੍ਰੋਸੈਸ ਨੂੰ ਸਮਝੋ। ਉੱਪਰਲਾ ਮੈਂ ਤੁਹਾਨੂੰ ਦੱਸ ਦਿੰਦਾ, ਜਿਵੇਂ ਆਪਾਂ UK ਦੀ ਗੱਲ ਕਰਨੇ ਆ, ਨੀਅਰ ਅਬਾਊਟ 13-14 ਲੱਖ ਦਾ ਤੁਹਾਡਾ UK ਦਾ ਵਿਦ ਸਪਾਊਸ ਖਰਚਾ ਆਏਗਾ। ਆਸਟ੍ਰੇਲੀਆ ਵਿੱਚ ਸ਼ਾਇਦ 15 ਜਾਂ 16 ਲੱਖ ਤੱਕ ਤੁਹਾਡਾ ਖਰਚਾ ਪਹੁੰਚ ਸਕਦਾ ਹੈ ਔਰ ਤੁਸੀਂ ਅਪਲਾਈ ਕਰਕੇ ਵੀਜ਼ਾ ਲੈ ਕੇ ਫਲਾਈ ਕਰ ਸਕਦੇ ਹੋ। ਜੀ ਬਿਲਕੁਲ। ਤੇ ਬਾਕੀ ਵੀ ਦਰਸ਼ਕਾਂ ਨੂੰ ਕਹਿਣਾ ਚਾਹਾਂਗੇ, ਤੁਹਾਡਾ ਵੀ ਕੋਈ ਸਵਾਲ ਹੋਵੇ, ਲਗਾਤਾਰ ਨੰਬਰ ਡਿਸਪਲੇ ਹੋ ਰਿਹਾ ਜੀ ਸਕਰੀਨ ਦੇ ਉੱਪਰ, EIFS ਇਮੀਗ੍ਰੇਸ਼ਨ ਦਾ ਨੰਬਰ ਹੈ। ਤੁਸੀਂ ਸ਼ੋਅ ਦੇ ਦੌਰਾਨ ਵੀ ਕਾਲ ਕਰ ਸਕਦੇ ਹੋ, ਸ਼ੋਅ ਤੋਂ ਬਾਅਦ ਵੀ ਇਸੇ ਨੰਬਰ ਤੇ ਕਾਲ ਕਰਕੇ ਤੁਸੀਂ ਸਲਾਹ ਜ਼ਰੂਰ ਲੈ ਸਕਦੇ ਹੋ। ਤੇ ਜਦ ਇਸੇ ਕਾਲਰ ਦੀ ਗੱਲ ਕਰ ਲਈਏ, UK ਬਾਰੇ ਸਵਾਲ ਸੀ, ਸੋ UK ਬਾਰੇ ਸਵਾਲ ਮੈਂ ਵੀ ਕੰਟੀਨਿਊ ਰੱਖਾਂਗੀ। ਫਿਲਹਾਲ ਅਗਲੇ ਕਾਲਰ ਲਾਈਨ ਤੇ ਨੇ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? हेलो ਹਾਂਜੀ ਕੀ ਨਾਮ ਹੈ ਜੀ, ਕਿੱਥੋਂ ਬੋਲ ਰਹੇ ਹੋ? मैं मनप्रीत बात कर रही हूँ मोहाली से। ਹਾਂਜੀ ਮਨਪ੍ਰੀਤ ਜੀ, ਕੀ ਸਵਾਲ है? मैम मैंने +2 करी है 2020 में ਹਾਂਜੀ कॉमर्स स्ट्रीम में। मेरा जो IELTS का स्कोर आया हुआ है जी। वो 6 नॉट लेस देन 5.5 आया है। ठीक है। ਹਾਂਜੀ ਕਿੱਥੇ ਲਈ ਅਪਲਾਈ ਕਰਨਾ ਚਾਹੁੰਦੇ ਹੋ? ऑस्ट्रेलिया के लिए। ਹਾਂਜੀ ਸਰ। +2 ਦੇ ਵਿੱਚ ਮਨਪ੍ਰੀਤ ਆਪਣੇ ਮਾਰਕਸ ਕਿੰਨੇ ਹੈਗੇ? 80%। ਔਰ ਇੰਗਲਿਸ਼ ਦੇ ਵਿੱਚ? ਇੰਗਲਿਸ਼ ਵਿੱਚ ਮਾਰਕਸ ਕਿੰਨੇ ਆ ਤੁਹਾਡੇ? 74%। ਠੀਕ ਹੈ ਮਨਪ੍ਰੀਤ, ਤੁਸੀਂ ਆਸਟ੍ਰੇਲੀਆ ਵਾਸਤੇ ਅਪਲਾਈ ਕਰ ਸਕਦੇ ਹੋ। ਤੁਹਾਡੇ ਵਾਸਤੇ ਮੇਰੇ ਕੋਲ ਬ੍ਰਿਸਬੇਨ, ਪਰਥ ਔਰ ਮੈਲਬਰਨ ਦੀ ਥਾਂ ਆ ਗਈ ਹੈ, ਜਿੱਧਰ ਤੁਹਾਨੂੰ ਆਪਾਂ ਡਿਪਲੋਮਾ ਲੀਡਿੰਗ ਟੂ ਡਿਗਰੀ ਦੇ ਵਿੱਚ ਐਡਮਿਸ਼ਨ ਦੇ ਸਕਨੇ ਆ ਔਰ ਤੁਹਾਡਾ ਵੀਜ਼ਾ ਵੀ ਆਰਾਮ ਨਾਲ ਆ ਜਾਏਗਾ। ਲੇਕਿਨ ਤੁਹਾਡੇ ਕੋਲ ਇੱਕ ਚੀਜ਼ ਕਲੀਅਰਲੀ ਦੱਸ ਦੇਵਾਂ, ਸਮਾਂ ਬਹੁਤ ਘੱਟ ਹੈਗਾ। ਹੁਣੇ ਮੈਂ ਇਸੇ ਸ਼ੋਅ ਦੇ ਵਿੱਚ ਥੋੜੀ ਦੇਰ ਪਹਿਲਾਂ ਮੈਂ ਦੱਸ ਕੇ ਹਟਿਆ, ਜੋ 2020 ਪਾਸ ਆਊਟ ਬੱਚੇ ਹੈਗੇ ਆ ਉਹਨਾਂ ਨੂੰ ਵਾਸਤੇ ਸ਼ਾਇਦ ਅਗਲੇ 15 20 ਜਾਂ 25 ਦਿਨ ਹੀ ਬਚੇ ਅਪਲਾਈ ਕਰਨ ਨੂੰ, ਕਿਉਂਕਿ ਫਿਰ ਜਦੋਂ 2022 ਪਾਸ ਆਊਟ ਬੱਚਿਆਂ ਦੀਆਂ ਐਪਲੀਕੇਸ਼ਨਾਂ ਯੂਨੀਵਰਸਿਟੀ ਜਾਂ ਕਾਲਜਿਸ ਵਿੱਚ ਪਹੁੰਚਣਾ ਸ਼ੁਰੂ ਹੋ ਜਾਣੀਆਂ, ਉਦੋਂ ਉਹਨਾਂ ਨੇ 2020 ਪਾਸ ਆਊਟ ਬੱਚੇ ਲੈਣਾ ਬੰਦ ਕਰ ਦੇਣੇ। ਤਾਂ ਜੇ ਤੁਸੀਂ ਆਸਟ੍ਰੇਲੀਆ ਜਾਣਾ ਚਾਹੁੰਦੇ ਹੋ ਤਾਂ ਜਮਾਂ ਵੀ ਦੇਰ ਨਾ ਕਰੋ, ਸਾਡੇ ਇੱਕ ਵਾਰ ਆਫਿਸ ਵਿਜ਼ਿਟ ਕਰੋ, ਪ੍ਰੋਸੈਸ ਨੂੰ ਸਮਝੋ। ਟਿਊਸ਼ਨ ਫੀ ਤੁਸੀਂ ਬਿਫੋਰ ਵੀਜ਼ਾ ਕਰਨਾ ਚਾਹੁੰਦੇ ਹੋ, ਆਫਟਰ ਵੀਜ਼ਾ ਕਰਨਾ ਚਾਹੁੰਦੇ ਹੋ, ਸਾਡੇ ਕੋਲ ਸਾਰੇ ਆਪਸ਼ਨ ਹੈਗੇ। ਲੇਕਿਨ ਉਹਦੇ ਵਾਸਤੇ ਇੱਕ ਚੀਜ਼ ਬਹੁਤ ਜ਼ਰੂਰੀ ਹੈਗੀ ਕਿ ਤੁਹਾਨੂੰ ਇੱਕ ਵਾਰ ਸਾਨੂੰ ਆ ਕੇ ਮਿਲਣਾ ਪੈਣਾ ਹੈ, ਪ੍ਰੋਸੈਸ ਸਮਝਣਾ ਪੈਣਾ ਹੈ, ਤਾਂ ਕਿ ਸਾਨੂੰ ਤੁਹਾਡੀ ਵੀ ਨੈਸੈਸਿਟੀ ਦਾ ਪਤਾ ਲੱਗੇ ਔਰ ਆਪਾਂ ਤੁਹਾਨੂੰ ਜੋ ਪ੍ਰੋਸੈਸ ਹੈਗਾ EIFS ਦਾ ਕੰਮ ਕਰਨ ਦਾ ਢੰਗ ਹੈਗਾ ਉਹ ਪ੍ਰੋਪਰਲੀ ਸਮਝਾ ਸਕੀਏ। ਜੀ ਬਿਲਕੁਲ। ਸੋ ਮੈਂ ਜੋ ਕਾਲ ਤੋਂ ਪਹਿਲਾਂ ਗੱਲ ਕਰ ਰਹੀ ਸੀ UK ਨੂੰ ਲੈ ਕੇ ਵਿਦ ਔਰ ਵਿਦਆਊਟ ਆਇਲਸ ਆਪਸ਼ਨਸ ਉੱਪਰ ਸਟੂਡੈਂਟਸ ਦੇ ਬਹੁਤ ਸਵਾਲ ਹੁੰਦੇ ਨੇ ਕਿ ਵਾਕਈ ਹਲੇ ਵੀ ਆਪਸ਼ਨਸ ਵਿਦਆਊਟ ਆਇਲਸ ਦੀਆਂ ਹੈਗੀਆਂ UK ਲਈ? UK ਦੀਆਂ ਵਿਦਆਊਟ ਆਇਲਸ ਬਿਲਕੁਲ ਤਾਂ ਆਪਸ਼ਨਸ ਹੈਗੀਆਂ, ਲੇਕਿਨ UK ਦੇ ਵਿੱਚ ਕਾਫੀ ਇੱਕ ਚੀਜ਼ ਚੱਲਦੀ ਹੈ ਨਾ, ਬੱਚਾ 2015 ਵੀ ਪਾਸ ਆਊਟ ਹੈ, ਮੈਂ ਵਿਦਆਊਟ ਆਇਲਸ ਕਰਨਾ ਹੈ, ਉਹ ਇਸ ਚੀਜ਼ ਤੇ ਉਲਝ ਜਾਂਦਾ ਹੈ ਹਮੇਸ਼ਾ। ਓਕੇ ਠੀਕ ਹੈ ਕਲੀਅਰ ਕੱਟ ਹੈ। ਆਪਾਂ ਗੱਲ ਕਰਨੇ ਆ ਸਿਰਫ ਵੀਜ਼ਾ ਦੀ। ਜੇਕਰ ਤੁਸੀਂ ਵੀਜ਼ਾ ਲੈਣਾ ਹੈ 21 20 21 22 ਪਾਸ ਆਊਟ ਹੋ, 75% ਤੋਂ ਉੱਤੇ ਨੰਬਰ ਹੈਗੇ, ਇੰਗਲਿਸ਼ ਤੇ 75 ਤੋਂ ਉੱਪਰ ਨੰਬਰ ਹੈਗੇ ਆ, ਜੈਨੂਇਨ ਹੈਗੇ ਆ ਸਾਰਾ ਕੁਝ, ਤਾਂ ਫਿਰ ਤੁਸੀਂ ਵਿਦਆਊਟ ਆਇਲਸ ਅਪਲਾਈ ਕਰ ਸਕਦੇ ਹੋ। ਜੇਕਰ ਘੱਟ ਹੈਗੇ ਆ, ਜਿਵੇਂ 55% ਰਹਿ ਗਏ, 60% ਰਹਿ ਗਏ, ਸਟੇਟ ਬੋਰਡ ਹੈਗਾ, ਫਿਰ ਤੁਹਾਡੀ UK ਦੀ ਐਲੀਜੀਬਿਲਟੀ। ਦੇਖੋ ਆਫਰ ਲੈਟਰ ਲੈਣਾ, ਕੈਸ਼ ਲੈਣਾ ਕੋਈ ਵੱਡੀ ਗੱਲ ਨਹੀਂ ਹੈਗੀ ਹੈ, ਬਿਲਕੁਲ ਵੀਜ਼ਾ ਲੈਣਾ ਵੱਡੀ ਗੱਲ ਹੈ। ਉਸ ਕੇਸ ਦੇ ਵਿੱਚ ਦਿੱਕਤ ਆ ਜਾਏਗੀ। ਲੇਕਿਨ ਜਿਨ੍ਹਾਂ ਬੱਚਿਆਂ ਦੇ ਮਾਰਕਸ ਘੱਟ ਰਹਿ ਗਏ ਉਹਨਾਂ ਨੂੰ ਨਿਰਾਸ਼ ਹੋਣ ਦੀ ਲੋੜ ਨਹੀਂ ਹੈ। ਇੱਕ ਵਾਰ PTE IELTS ਅਟੈਂਪਟ ਕਰ ਲਓ, ਡਰਨ ਦੀ ਕੋਈ ਲੋੜ ਨਹੀਂ ਹੈ ਇਹਦੇ ਵਿੱਚ। ਜੀ 12-14 ਤੁਸੀਂ ਐਵੇਂ ਐਮਬੈਸੀ ਲਗਾ ਕੇ ਫੀਸ 35,000 ਲਗਾ ਕੇ ਖਰਾਬ ਵੀ ਤਾਂ ਹੋਏਗੀ। ਬਿਲਕੁਲ 14,000 ਲਗਾ ਕੇ ਇੱਕ ਵਾਰ ਇਸ ਐਗਜ਼ਾਮ ਨੂੰ ਕਰ ਲਓ, ਕੀ ਪਤਾ 6 ਨੋਟ ਲੈਸ ਦੈਨ 5.5 ਆ ਜਾਣ, ਤੁਸੀਂ ਹੱਸ ਕੇ ਫਿਰ UK ਅਪਲਾਈ ਕਰ ਸਕਦੇ ਹੋ। ਜੀ ਬਿਲਕੁਲ। ਸੋ ਇੱਕ ਜੋ ਚੰਗਾ ਕੰਸਲਟੈਂਟ ਤੁਹਾਨੂੰ ਹਮੇਸ਼ਾ ਹੀ ਸਲਾਹ ਦੇਗਾ ਤਾਂ ਕਿ ਤੁਹਾਡਾ ਕੋਈ ਕਿਤੇ ਵੀ ਘਾਟਾ ਨਾ ਤੁਹਾਨੂੰ ਹੋਵੇ ਔਰ ਵਧੀਆ ਆਪਸ਼ਨ ਦੇ ਨਾਲ ਤੁਸੀਂ ਆਪਣਾ ਸਟੱਡੀ ਵੀਜ਼ਾ ਹਾਸਲ ਕਰ ਸਕੋ। ਅਗਲੇ ਕਾਲਰ ਲਾਈਨ ਤੇ ਨੇ। ਹੈਲੋ
ਫਿਲਹਾਲ ਕਾਲ ਜੋ ਹੈ ਕੱਟ ਚੁੱਕੀ ਹੈ। ਸੋ ਚਲੋ ਵਿਦਆਊਟ ਆਇਲਸ ਜਦੋਂ ਆਪਸ਼ਨ ਦੀ ਆਪਾਂ ਗੱਲ ਕਰਦੇ ਆ ਤਾਂ ਕੀ ਕਾਲਜ ਯੂਨੀਵਰਸਿਟੀਜ਼ ਦੀ ਆਪਸ਼ਨਸ ਘਟ ਜਾਂਦੀਆਂ ਨੇ, ਕੁਝ ਲਿਮਿਟਿਡ ਥਾਵਾਂ ਤੇ ਹੀ ਬਿਲਕੁਲ ਮੈਮ, ਬਿਲਕੁਲ ਇਹ ਚੀਜ਼ ਹੈਗੀ ਹੈ। ਜਦੋਂ ਵੀ ਆਪਾਂ ਵਿਦਆਊਟ ਆਇਲਸ ਅਪਲਾਈ ਕਰਨੇ ਆ ਸਾਡੇ ਵਾਸਤੇ ਕਾਲਜਿਸ ਜਾਂ ਯੂਨੀਵਰਸਿਟੀਜ਼, ਹੁਣ ਯੂਕੇ ਦੇ ਵਿੱਚ ਦੇਖੋ ਆਪਾਂ ਸਿਰਫ ਯੂਨੀਵਰਸਿਟੀਜ਼ ਵਿੱਚ ਡੀਲ ਕਰਨੇ ਹੁੰਦੇ ਆ, ਠੀਕ ਹੈ ਜੀ। ਯੂਐਸਏ ਵੀ ਇਦਾਂ ਹੀ ਚੱਲਦਾ, ਯੂਨੀਵਰਸਿਟੀ ਵਿੱਚ ਚੱਲਦੇ ਤਾਂ ਸਾਡੇ ਕੋਲ ਆਪਸ਼ਨਸ ਕਾਫੀ ਘੱਟ ਜਾਂਦੀਆਂ ਜੀ। ਤੁਸੀਂ ਮਾਰਕੀਟ ਦੇ ਵਿੱਚ ਪਤਾ ਕਰ ਲਓ, ਖਾਸ ਕਰ ਆਪਣੇ ਪੰਜਾਬ ਦੇ ਵਿੱਚ ਤੁਹਾਨੂੰ ਵਿਦਆਊਟ ਆਇਲਸ ਯੂਕੇ ਗਿਣੀਆਂ ਚੁਣੀਆਂ 3-4 ਯੂਨੀਵਰਸਿਟੀਆਂ ਹੀ ਮਿਲਣਗੀਆਂ, ਸਾਰੇ ਉਹਨਾਂ ਵਿੱਚ ਹੀ ਡੀਲ ਕਰਨਗੇ। ਜੀ ਜੀ ਜੀ, ਅਗਲੇ ਕਾਲ ਸਾਡੇ ਨਾਲ ਲਾਈਨ ਤੇ ਨੇ, ਪਹਿਲਾਂ ਗੱਲ ਕਰ ਲੈਣੇ ਇਹਨਾਂ ਨਾਲ। ਹੈਲੋ ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਮੈਮ ਮੈਂ ਜੋਤੀ ਗੱਲ ਕਰ ਰਹੀ ਹਾਂ ਲੁਧਿਆਣਾ ਤੋਂ। ਹਾਂਜੀ ਜੋਤੀ ਜੀ, ਕੀ ਸਵਾਲ ਹੈ? ਮੈਮ ਮੈਂ ਗ੍ਰੈਜੂਏਸ਼ਨ ਕੀਤੀ ਹੈ, ਲਾਸਟ ਈਅਰ ਪਾਸ ਆਊਟ ਹੋਈ ਹਾਂ 2021 ਦੇ ਵਿੱਚ। ਠੀਕ ਹੈ, ਉਸ ਤੋਂ ਬਾਅਦ ਮੈਂ ਆਇਲਸ ਕੀਤਾ ਹੈ 6.5 ਨਾਟ ਲੈਸ ਦੈਨ 6। ਠੀਕ ਹੈ। ਮੈਮ ਮੈਂ ਕੈਨੇਡਾ ਕਰਨਾ ਚਾਹੁੰਦੀ ਹਾਂ, ਬਟ ਜੋ ਮੇਰੀ BSc ਆ ਉਹ 4 ਇਅਰਸ ਦੀ ਹੋ ਰਹੀ ਹੈ ਕਿਉਂਕਿ ਇੱਕ ਵਾਰ ਮੇਰੀ ਰੀਪੇਅਰ ਆ ਗਈ ਸੀ। ਓਕੇ ਰਿਜੈਕਸ਼ਨ ਦੇ ਕੋਈ ਚਾਂਸ ਹੈਗੇ ਨੇ ਇਹਦੀ ਵਜ੍ਹਾ ਨਾਲ? ਜੀ ਹਾਂਜੀ। ਨਹੀਂ ਜੋਤੀ, ਇਦਾਂ ਦਾ ਨਹੀਂ ਹੁੰਦਾ ਕਿ ਇੱਕ ਵਾਰ ਤੁਹਾਡੀ ਰੀਅਪੇਅਰ ਆ ਗਈ ਹੈ ਤੇ ਤੁਸੀਂ ਉਸ ਕਰਕੇ ਰਿਜੈਕਸ਼ਨ ਦੇ ਚਾਂਸਸ ਵੱਧ ਜਾਂਦੇ ਨਹੀਂ, ਇਦਾਂ ਦਾ ਕੁਝ ਵੀ ਨਹੀਂ ਹੈਗਾ। ਸਾਡੇ ਮਾਰਕਸ ਚੰਗੇ ਹੋਣੇ ਚਾਹੀਦੇ, ਆਪਾਂ SOP ਰਾਹੀਂ ਆ ਚੀਜ਼ ਸਾਨੂੰ ਐਕਸਪਲੇਨ ਕਰਨੀ ਪੈਂਦੀ ਹੈ ਕਿ ਸਾਨੂੰ 1 ਸਾਲ ਐਕਸਟਰਾ ਕਿਉਂ ਲੱਗ ਗਿਆ। ਔਰ ਤੁਸੀਂ STS ਕੈਟਾਗਰੀ ਦੇ ਵਿੱਚ ਫਾਲ ਕਰਦੇ ਹੋ ਤਾਂ ਇਹਦੇ ਵਿੱਚ ਕੋਈ ਇਦਾਂ ਦੀ ਇਹ ਮਨ ਚ ਭਾਵ ਨਾ ਰੱਖ ਕੇ ਰਹੋ ਕਿ ਸਾਡਾ ਸ਼ਾਇਦ ਰਿਫਿਊਜ਼ਲ ਆ ਸਕਦਾ ਹੈ ਸਿਰਫ ਰੀਅਪੇਅਰ ਕਰਕੇ। ਜੇ ਤੁਸੀਂ ਕੈਨੇਡਾ ਦਾ ਰਿਫਿਊਜ਼ਲ ਲੈਟਰ ਵੀ ਦੇਖੋ ਤਾਂ ਉਹਨਾਂ ਨੇ ਲਿਖਿਆ ਹੁੰਦਾ ਕਿ ਅਬਵ ਮੈਂਸ਼ਨ ਸਰਕਮਸਟੈਂਸਿਸ ਹੈਜ਼ ਬੀਨ ਚੇਂਜ ਯੂ ਕੈਨ ਰੀਅਪਲਾਈ, ਤੁਸੀਂ ਰੀਅਪਲਾਈ ਕਰ ਸਕਦੇ ਹੋ। ਠੀਕ ਹੈ, ਤਾਂ ਜਦ ਆਪਾਂ ਇੱਕ ਵਾਰ ਰਿਫਿਊਜ਼ਲ ਤੋਂ ਬਾਅਦ ਕੈਨੇਡਾ ਵਿੱਚ ਰੀਅਪਲਾਈ ਕਰ ਸਕਦੇ ਹਾਂ ਤਾਂ ਜੇ ਆਪਣੀ ਕੋਈ ਸਪਲੀ ਆ ਗਈ ਸੀ, ਕੰਪਾਰਟਮੈਂਟ ਆ ਗਈ ਸੀਗੀ ਐਜੂਕੇਸ਼ਨ ਦੇ ਵਿੱਚ, ਤਾਂ ਇਹਦਾ ਮਤਲਬ ਇਹ ਨਹੀਂ ਹੈ ਕਿ ਤੁਹਾਡਾ ਫਿਰ ਰਿਫਿਊਜ਼ਲ ਹੋ ਜਾਏਗਾ। ਇਹ ਡਰਨ ਦੀ ਕੋਈ ਲੋੜ ਨਹੀਂ ਹੈਗੀ। ਗੁੱਡ ਪ੍ਰੋਫਾਈਲ ਹੈਗੀ ਹੈ, ਰੀਸੈਂਟ ਪਾਸ ਆਊਟ ਹੋ, ਦੇਰ ਨਾ ਕਰੋ। ਜਨਵਰੀ ਜਾਂ ਮਈ ਟੇਕ ਦੇ ਵਾਸਤੇ ਇਸ ਟਾਈਮ ਤੁਸੀਂ ਆਪਣੀ ਐਡਮਿਸ਼ਨ ਲੈ ਕੇ ਫਾਈਲ ਪ੍ਰੀਪੇਅਰ ਕਰਕੇ ਹਾਈ ਕਮਿਸ਼ਨ ਵਿੱਚ ਵੀਜ਼ਾ ਅਪਰੂਵਲ ਦੇ ਵਾਸਤੇ ਲਗਾ ਸਕਦੇ ਹੋ। ਜੀ ਬਿਲਕੁਲ। ਤੇ ਮੈਂ ਉਹਨਾਂ ਸਟੂਡੈਂਟਸ ਲਈ ਵੀ ਸਲਾਹ ਲੈਣਾ ਚਾਹੂੰਗੀ, ਚਲੋ ਫਿਲਹਾਲ ਕੈਨੇਡਾ ਦੀ ਹੀ ਜਿਵੇਂ ਗੱਲ ਹੋ ਰਹੀ ਹੈ, ਕਈ ਸਟੂਡੈਂਟਸ ਕਿਸੇ ਇੱਕ ਮੋਡਿਊਲ ਵਿੱਚ 5.5 ਰਹਿ ਜਾਂਦੇ ਆ ਤਾਂ ਵੀ ਕੈਨੇਡਾ ਅਪਲਾਈ ਕਰ ਦਿੰਦੇ ਨੇ, ਕਿ ਉਹਨਾਂ ਸਟੂਡੈਂਟਸ ਨੂੰ ਅਪਲਾਈ ਕਰਨਾ ਚਾਹੀਦਾ ਚਾਹੇ ਓਵਰਆਲ 6 ਜਾਂ 1 ਜਾਂ 2 ਵਿੱਚ 5.5 ਬੈਂਡ ਰਹਿ ਜਾਂਦੇ ਨੇ? ਦੇਖੋ ਜਿੱਥੇ ਤਾਂ 2 ਦੇ ਵਿੱਚ 5.5 ਹੈਗੇ ਉਹਨਾਂ ਨੂੰ ਤਾਂ ਮੈਂ ਮਨਾ ਕਰਨੇ ਕਲੀਅਰ, ਠੀਕ ਹੈ। 1 ਦੇ ਵਿੱਚ 5.5 ਹੈਗੇ, ਯੈਸ ਯੂ ਕੈਨ ਅਪਲਾਈ ਜੇ ਰੀਸੈਂਟ ਪਾਸ ਆਊਟ ਔਰ ਮਾਰਕਸ ਤੁਹਾਡੇ ਵਧੀਆ ਹੈਗੇ, ਗੋ ਫॉर ਪਾਥਵੇ ਔਰ ਟੈਕਨੀਕਲ ਬੇਸਡ ਪ੍ਰੋਗਰਾਮਸ। ਓਕੇ ਠੀਕ ਹੈ। 1 ਦੇ ਨਾਲ ਤੁਸੀਂ 5.5 ਦੇ ਨਾਲ ਯੂਨੀਵਰਸਿਟੀ ਵਿੱਚ ਬੈਚਲਰਸ ਡਿਗਰੀ ਅਪਲਾਈ ਕਰੋ, ਵੀਜ਼ਾ ਨਹੀਂ ਆਏਗਾ, ਥਿਓਰੈਟੀਕਲ ਪਾਰਟ ਵੱਧ ਜਾਂਦਾ। ਓਕੇ ਠੀਕ ਹੈ ਜੀ। ਇੱਥੇ ਜੇ 1 ਦੇ ਵਿੱਚ 5.5 ਹੈਗੇ ਆ ਤੇ ਤੁਸੀਂ ਮਕੈਨੀਕਲ, ਇਲੈਕਟ੍ਰੀਕਲ ਇਦਾਂ ਦਾ ਕੋਈ ਕੋਰਸ ਲਓ, ਟੈਕਨੀਕਲ ਬੇਸਡ ਕੋਰਸ ਲਓ, ਮਾਰਕਸ ਨੂੰ ਦੇਖਦੇ ਹੋਏ, ਪ੍ਰੈਕਟੀਕਲ ਹੋਵੇ, ਆਊਟਸਕਟ ਰੀਜਨ ਵਿੱਚ ਐਡਮਿਸ਼ਨ ਲਓ, ਗੋ ਫॉर ਅਟਲਾਂਟਿਕ ਰੀਜਨ, ਮੁੰਡਿਆਂ ਨੂੰ ਕੋਈ ਦਿੱਕਤ ਨਹੀਂ ਆਉਣੀ ਚਾਹੀਦੀ, ਫਿਰ ਤੁਹਾਡਾ ਵੀਜ਼ਾ ਗ੍ਰਾਂਟ ਹੋ ਜਾਏਗਾ। ਜੀ 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 ਬਿਲਕੁਲ। ਸੋ ਇਹ ਕਿਉਂਕਿ ਸਾਡੇ ਕੋਲ ਅਸੀਂ ਜੋ ਸਵਾਲ ਆਉਂਦੇ ਨੇ, ਬਹੁਤ ਸਾਰੀ ਪ੍ਰੋਫਾਈਲਸ ਐਸੀ ਹੀ ਹੁੰਦੀਆਂ ਜਿਨ੍ਹਾਂ ਦੇ ਇੱਕ ਮੋਡਿਊਲ ਵਿੱਚ 5.5 ਰਹਿ ਗਏ ਹੁੰਦੇ ਨੇ ਤੇ ਉਹ ਇਹ ਤਾਂ ਜ਼ਿਆਦਾ ਜਾਣਨਾ ਚਾਹੁੰਦੇ ਨੇ ਕਿ ਤਾਂ ਕਿ ਅਗਰ ਨਹੀਂ ਚਾਂਸਿਸ ਬਣਦੇ ਤਾਂ ਅਸੀਂ ਕਿਤੇ ਹੋਰ ਦੇਖੀਏ। ਸੋ ਯਾਨੀ ਕਿ ਇੱਥੇ ਜ਼ਰੂਰੀ ਹੋ ਜਾਂਦਾ ਕਿ ਕੋਰਸ ਸਿਲੈਕਸ਼ਨ ਕਿਸ ਤਰ੍ਹਾਂ ਦੀ ਹੁੰਦੀ ਹੈ ਤੇ ਉਹ ਹੀ ਤੁਹਾਡੀ ਪ੍ਰੋਫਾਈਲ ਨੂੰ ਮਜ਼ਬੂਤ ਬਣਾ ਸਕਦਾ ਹੈ। ਔਰ ਇਸ ਸਭ ਦੇ ਲਈ ਇੱਕ ਚੰਗੇ ਕੰਸਲਟੈਂਟ ਦੀ ਸਲਾਹ ਹੋਣੀ ਬਹੁਤ ਜ਼ਰੂਰੀ ਹੈ, ਜੋ ਤੁਹਾਡੀ ਪ੍ਰੋਫਾਈਲ ਦੇ ਕੇ, ਡਾਕੂਮੈਂਟਸ ਦੇ ਕੇ ਇੱਕ ਸਹੀ ਮੈਚ ਬਣਾਉਣ ਤੁਹਾਡੇ ਕੋਰਸ ਨੂੰ ਲੈ ਕੇ, ਪ੍ਰੋਵਿੰਸ ਨੂੰ ਲੈ ਕੇ, ਕਾਲਜ ਯੂਨੀਵਰਸਿਟੀ ਨੂੰ ਲੈ ਕੇ, ਤਾਂ ਕਿ ਕਿਤੇ ਵੀ ਕੋਈ ਰਿਫਿਊਜ਼ਲ ਦਾ ਚਾਂਸ ਨਾ ਬਚੇ ਤੇ ਤੁਹਾਡੀ ਵੀਕ ਪ੍ਰੋਫਾਈਲ ਨੂੰ ਵੀ ਸਟਰੋਂਗ ਬਣਾ ਕੇ ਉਸਦੇ ਉੱਪਰ ਸਕਸੈਸਫੁਲੀ ਸਟੱਡੀ ਵੀਜ਼ਾ ਲਿਆਂਦਾ ਜਾ ਸਕੇ। ਆਸਟ੍ਰੇਲੀਆ ਬਾਰੇ ਵੀ ਆਪਾਂ ਗੱਲ ਕਰ ਲਈਏ ਤੇ ਇੱਕ ਪਿੱਛੇ ਜੇ ਜ਼ਰੂਰ ਸੀ ਇਹ ਗੱਲਾਂ ਕਿ ਫਰਾਡ ਡਾਕੂਮੈਂਟਸ ਸਾਡੇ ਨਾਰਥ ਸਾਈਡ ਹਰਿਆਣਾ ਔਰ ਪੰਜਾਬ ਵੱਲ ਬਹੁਤ ਲੱਗੇ, ਜਿਸ ਕਰਕੇ ਵੈਰੀਫਿਕੇਸ਼ਨ ਜ਼ਿਆਦਾ ਹੋਣ ਲੱਗ ਗਈ ਸੀਗੀ। ਸੋ ਹੁਣ ਵੀ ਕਿਆ ਵੈਰੀਫਿਕੇਸ਼ਨ ਉਸੇ ਹਿਸਾਬ ਨਾਲ ਜ਼ਿਆਦਾ ਚੱਲ ਰਹੀ ਹੈ ਤਾਂ ਹੀ ਥੋੜਾ ਪ੍ਰੋਸੈਸਿੰਗ ਟਾਈਮ ਜ਼ਿਆਦਾ ਚੱਲ ਰਿਹਾ? ਜਦੋਂ ਇਨਸੀਡੈਂਟ ਹੋਇਆ ਸੀ ਹੁਣ ਉਸ ਤੋਂ ਵੀ ਜ਼ਿਆਦਾ ਵੈਰੀਫਿਕੇਸ਼ਨ ਵੱਧ ਗਈ ਹੈ। ਫ੍ਰੈਂਕਲੀ ਤੁਹਾਨੂੰ ਮੈਂ ਇਹ ਚੀਜ਼ ਦੱਸ ਰਿਹਾ, ਮੇਰੇ ਕੋਲੋਂ ਕੋਈ ਬੱਚਾ ਇਸ ਟਾਈਮ ਆਸਟ੍ਰੇਲੀਆ ਅਪਲਾਈ ਕਰ ਰਿਹਾ, ਮੈਂ ਸਭ ਤੋਂ ਪਹਿਲਾਂ ਉਹਨੂੰ ਇਹ ਚੀਜ਼ ਕਹਿ ਰਿਹਾ ਕਿ ਡੀਜੀ ਲੌਕਰ ਦੀ ਸਾਨੂੰ ਐਕਸੈਸ ਦਿਓ ਇੱਕ ਵਾਰ। ਹਾਂ, ਕਿਉਂਕਿ ਆਸਟ੍ਰੇਲੀਆ ਇੱਕ ਇਦਾਂ ਦੀ ਕੰਟਰੀ ਹੈਗੀ ਹੈ, ਜੇਕਰ ਕੋਈ ਤੁਹਾਡਾ ਫੌਜ ਡਾਕੂਮੈਂਟ ਫੜਿਆ ਜਾਂਦਾ, ਬੱਚੇ ਦੇ ਨਾਲ ਉਹਦੇ ਕੰਸਲਟੈਂਟ ਤੇ ਵੀ ਕਾਰਵਾਈ ਹੁੰਦੀ ਹੈ, ਕਾਲਜ ਉਹਨੂੰ ਬਲੈਕਲਿਸਟ ਕਰ ਦਿੰਦਾ ਹੈ, ਕਾਲਜ ਉਸ ਕੰਸਲਟੈਂਟ ਨੂੰ ਆਫਰ ਲੈਟਰ ਤੱਕ ਰਿਲੀਜ਼ ਕਰਨਾ ਬੰਦ ਕਰ ਦਿੰਦੀ ਹੈ। GT ਕਲੀਅਰ COE ਤਾਂ ਬਹੁਤ ਅੱਗੇ ਦੀ ਕਹਾਣੀ ਚੱਲ ਗਈ, ਠੀਕ ਹੈ। ਤਾਂ ਜੋ ਵੀ ਬੱਚਾ ਮੇਰੇ ਰਾਹੀਂ ਵੀ ਅਪਲਾਈ ਇਸ ਟਾਈਮ ਕਰ ਰਿਹਾ, ਉਹਨੂੰ ਮੈਂ ਸਾਫ਼ ਕਹਿਣਾ ਹੋਣਾ ਕਿ ਆਪਣੀ ਡੀਜੀ ਲੌਕਰ ਦੀ ਐਕਸੈਸ ਸਾਨੂੰ ਇੱਕ ਵਾਰ ਜ਼ਰੂਰ ਦਿਓ। ਔਰ ਖੈਰ ਇਹ ਜੋ ਡਾਕੂਮੈਂਟ ਐਡੀਟਿੰਗ ਦੀ ਜੋ ਤੁਸੀਂ ਗੱਲ ਕੀਤੀ ਹੈ, ਫੋਰਜਿੰਗ ਦੀ ਗੱਲ ਕੀਤੀ ਹੈ, ਕਿਥੇ ਵੀ ਸਟੂਡੈਂਟ ਦੇ ਬੇਸ ਦੇ ਉੱਤੇ ਨਹੀਂ ਹੋਈ ਹੈ, ਇਹ ਅੱਗੇ ਜੋ ਉਹਨਾਂ ਨੇ ਏਜੰਟ ਸੀਗੇ ਬਿਲਕੁਲ ਉਹਨਾਂ ਦੇ ਉੱਤੇ ਹੋਈ ਹੈ। ਔਰ ਇਹ ਸਾਰੇ ਦੇ ਸਾਰੇ ਕੇਸ ਕਿੱਥੇ ਹੋਏ ਆ? ਜਿਨ੍ਹਾਂ ਨੇ ਸਾਰੀ ਪੇਮੈਂਟ ਆਫਟਰ ਵੀਜ਼ਾ ਕੀਤੀ ਹੈ ਜੀ, ਉੱਥੇ ਤੁਹਾਡੇ ਵੀਜ਼ਾ ਚਾਂਸ ਵਧਾਉਣ ਵਾਸਤੇ ਉਹਨਾਂ ਨੇ ਫੋਰਜਿੰਗ ਕੀਤੀ ਔਰ ਨੁਕਸਾਨ ਕਿਤੇ ਨਾ ਕਿਤੇ ਉਹਨਾਂ ਬੱਚਿਆਂ ਨੂੰ ਝੱਲਣਾ ਪੈ ਰਿਹਾ ਹੈ ਜੋ ਮਿਹਨਤ ਨਾਲ ਹੁਣ ਪਾਸ ਆਊਟ ਹੋਇਆ ਔਰ ਹੁਣ ਅਪਲਾਈ ਕਰਕੇ ਜਾਣਾ ਚਾਹੁੰਦੇ ਆ। ਬਿਲਕੁਲ ਉਹਨਾਂ ਦਾ ਕੁਝ ਨਹੀਂ ਗਿਆ, ਹੁਣ ਵਾਲੇ ਬੱਚਿਆਂ ਦਾ ਜ਼ਿਆਦਾ ਨੁਕਸਾਨ ਹੋ ਰਿਹਾ। ਇਸ ਕਰਕੇ ਜੇਕਰ ਤੁਸੀਂ ਪੇਮੈਂਟ ਆਫਟਰ ਵੀਜ਼ਾ ਕਰਦੇ ਹੋ, ਪੈਕੇਜ ਕਰਦੇ ਹੋ,
ਸੋਚ ਸਮਝ ਕੇ ਚੱਲਿਓ, ਧਿਆਨ ਨਾਲ ਕਰਿਓ ਹਰ ਚੀਜ਼, ਤਾਂ ਕਿ ਤੁਹਾਡੇ ਡਾਕੂਮੈਂਟ ਦੇ ਨਾਲ ਖਿਲਵਾੜ ਨਾ ਹੋਵੇ। ਇੱਕ ਵਾਰ ਰਿਫਿਊਜ਼ਲ ਤੋਂ ਬਾਅਦ ਆਪਾਂ ਦੁਬਾਰਾ ਅਪਲਾਈ ਕਰ ਸਕਦੇ ਹਾਂ, ਬੈਨ ਤੋਂ ਬਾਅਦ ਸਾਨੂੰ ਬਹੁਤ ਦਿੱਕਤ ਆ ਜਾਂਦੀ ਹੈ। ਜੀ 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 ਬਿਲਕੁਲ, ਅਸੀਂ ਵੀ ਹਮੇਸ਼ਾ ਇਸ ਲਈ ਕਹਿੰਦੇ ਹਾਂ ਕਿ ਸ਼ਾਰਟਕਟਸ ਵਿੱਚ ਨਾ ਜਾਇਆ ਕਰੋ, ਜੈਨੂਇਨ ਵੇ ਦੇ ਨਾਲ ਅਪਲਾਈ ਕਰਕੇ ਹੀ ਵੀਜ਼ਾ ਹਾਸਿਲ ਕਰਿਆ ਕਰੋ। ਹੈਲੋ ਮੈਮ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਮੈਮ, ਮੈਂ ਕੋਮਲ ਗੱਲ ਕਰ ਰਹੀ ਹਾਂ ਬਠਿੰਡਾ ਤੋਂ। ਹਾਂਜੀ ਕੋਮਲ ਜੀ, ਕੀ ਸਵਾਲ ਹੈ? ਮੈਮ, ਮੈਂ ਨਾ ਆਪਣੇ ਬ੍ਰਦਰ ਬਾਰੇ ਤੇ ਆਪਣੇ ਬਾਰੇ ਪੁੱਛਣਾ ਚਾਹਨੀ ਹਾਂ। ਮੈਂ ਪਹਿਲਾਂ ਆਪਣੇ ਬ੍ਰਦਰ ਦੀ ਪ੍ਰੋਫਾਈਲ ਬਾਰੇ ਦੱਸ ਦਿੰਦੀ ਹਾਂ ਤੁਹਾਨੂੰ। ਹਾਂਜੀ ਹਾਂਜੀ। ਮੈਮ, ਮੇਰੇ ਬ੍ਰਦਰ ਨੇ ਨਾ +2 2021 ਦੇ ਵਿੱਚ ਕੀਤੀ ਸੀਗੀ ਕਾਮਰਸ ਦੇ ਨਾਲ, ਤੇ 70% ਉਹਨਾਂ ਦੇ ਮਾਰਕਸ ਹੈਗੇ ਨੇ ਪੰਜਾਬ ਬੋਰਡ ਤੋਂ ਆ। ਠੀਕ ਹੈ। ਤੇ ਉਹਨਾਂ ਨੇ ਆਇਲਟਸ ਦਾ ਐਗਜ਼ਾਮ ਵੀ ਦਿੱਤਾ ਸੀਗਾ, ਤਿੰਨਾਂ ਵਿੱਚੋਂ 5.5 ਨੇ, ਇੱਕ ਵਿੱਚੋਂ 6 ਆ ਮੈਮ। ਓਕੇ। ਕਿ ਆਪਾਂ ਨੂੰ ਉਹਨਾਂ ਦਾ ਯੂਕੇ ਕਰਨਾ ਚਾਹੀਦਾ ਕਿ ਆਸਟ੍ਰੇਲੀਆ ਕਰਨਾ ਚਾਹੀਦਾ? ਆਸਟ੍ਰੇਲੀਆ ਹੋ ਜਾਏ, ਤਿੰਨਾਂ ਵਿੱਚੋਂ 5.5 ਆਸਟ੍ਰੇਲੀਆ ਹੋ ਜਾਏਗਾ ਮੈਮ, 21 ਪਾਸ ਆਊਟ ਜੀ। ਤੇ ਜਾਂ ਯੂਕੇ। ਤੇ ਮੇਰੀ ਪ੍ਰੋਫਾਈਲ ਵੀ ਹੈ ਮੈਮ। ਹਾਂਜੀ ਹਾਂਜੀ। ਮੈਮ, ਮੈਂ +2 2020 ਦੇ ਵਿੱਚ ਕੀਤੀ ਸੀਗੀ। ਹਾਂਜੀ। ਤੇ ਜਿਹੜੇ ਬੈਂਕ ਸਕੋਰ ਹੈਗੇ ਨੇ, 2 ਦੇ ਵਿੱਚੋਂ 6.5 ਨੇ ਤੇ 2 ਦੇ ਵਿੱਚੋਂ 6 ਨੇ। ਠੀਕ ਹੈ। ਮੇਰਾ ਰੀਸੈਂਟਲੀ ਰਿਜ਼ਲਟ ਆਇਆ, ਪਹਿਲਾਂ ਮੇਰੇ ਬੈਂਕ ਸਕੋਰ ਘੱਟ ਸੀਗੇ, ਨੌਨ ਮੈਡੀਕਲ ਦੇ ਨਾਲ 80% ਆ। ਮੈਮ, ਸੁਣਨ ਵਿੱਚ ਆਇਆ ਹੈ ਕਿ ਕੈਨੇਡਾ ਵੀਜ਼ੇ ਨਹੀਂ ਦੇਣਾ ਬੰਦ ਹੋ ਗਿਆ, ਸਭ ਕੁਝ ਬਹੁਤ ਤਾਂ ਹੈਗਾ ਹੈ ਕਿ ਅਸੀਂ ਡਰਦੇ ਕੀ ਕਰੀਏ, ਵੀ ਫਾਈਲ ਲਗਾਉਣੀ ਚਾਹੀਦੀ ਹੈ ਕਿ ਨਹੀਂ? ਹਾਂਜੀ ਕੋਮਲ ਜੀ, ਤੁਹਾਡੇ ਦੋਨੋਂ ਸਵਾਲਾਂ ਦੇ ਜਵਾਬ ਤੁਸੀਂ ਟੀਵੀ ਸਕਰੀਨ ਤੇ ਸੁਣ ਸਕਦੇ ਹੋ। ਪਹਿਲਾਂ ਤੁਹਾਡੇ ਬ੍ਰਦਰ ਦੀ ਜੋ ਤੁਸੀਂ ਪ੍ਰੋਫਾਈਲ ਦੱਸੀ ਹੈ ਉਸ ਦੇ ਬਾਰੇ ਤੁਹਾਨੂੰ ਦੱਸ ਦਿਆਂ, ਉਸ ਤੋਂ ਬਾਅਦ ਤੁਹਾਡਾ ਸਵਾਲ ਹੈ, ਸਿਰਫ ਤੁਹਾਡਾ ਸਵਾਲ ਨਹੀਂ, ਬਹੁਤ ਸਾਰੇ ਸਟੂਡੈਂਟਸ ਦਾ ਸਵਾਲ ਹੈ ਕੈਨੇਡਾ ਨੂੰ ਲੈ ਕੇ, ਉਸ ਦੇ ਉੱਪਰ ਵੀ ਆਪਾਂ ਗੱਲ ਜ਼ਰੂਰ ਕਰਦੇ ਹਾਂ। ਥੈਂਕ ਯੂ ਜੀ ਸਾਡੇ ਸ਼ੋਅ ਵਿੱਚ ਕਾਲ ਕਰਨ ਲਈ। ਹਾਂਜੀ, ਪਹਿਲਾਂ ਕੋਮਲ ਜੀ ਦੇ ਬ੍ਰਦਰ ਦੀ ਗੱਲ ਕਰ ਲਈਏ। ਜੀ ਕੋਮਲ, ਜੇ ਤੁਹਾਡੇ ਬ੍ਰਦਰ ਦੀ ਆਪਾਂ ਗੱਲ ਕਰੀਏ, 3 ਚ 5.5, ਇੱਕ ਦੇ ਵਿੱਚ 6 ਹੈਗੇ ਆ। ਗੋ ਫੋਰ ਆਸਟ੍ਰੇਲੀਆ ਜਾਂ ਫਿਰ ਯੂਕੇ, ਦੋਨੋਂ ਥਾਵਾਂ ਤੇ ਅਪਲਾਈ ਕਰ ਸਕਦੇ ਹੋ। 21 ਪਾਸ ਆਊਟ ਹੈ। ਲਿਵਿੰਗ ਸਟੈਂਡਰਡ, ਅਰਨਿੰਗ ਪੱਕੇ ਹੋਣ ਦੇ ਹਿਸਾਬ ਨਾਲ ਮੈਂ ਤੁਹਾਨੂੰ ਰਿਕਮੈਂਡ ਕਰਾਂਗਾ ਵਰਕਿੰਗ ਰਾਈਟ ਦੇ ਹਿਸਾਬ ਨਾਲ ਕਿ ਇਹਨਾਂ ਦਾ ਤੁਸੀਂ ਆਸਟ੍ਰੇਲੀਆ ਅਪਲਾਈ ਕਰੋ। ਠੀਕ ਹੈ। ਆਸਟ੍ਰੇਲੀਆ ਦਾ ਇਹਨਾਂ ਦਾ ਵੀਜ਼ਾ ਅਪਲਾਈ ਵੀ ਹੋਏਗਾ ਔਰ ਆ ਵੀ ਜਾਏਗਾ, ਕਿਉਂਕਿ ਰੀਸੈਂਟ ਪਾਸ ਆਊਟ ਹੈਗਾ, ਮਾਰਕਸ ਚੰਗੇ ਹੈਗੇ। 3 ਚ 5.5 ਕੋਈ ਵੱਡੀ ਗੱਲ ਨਹੀਂ ਹੈ। ਆਸਟ੍ਰੇਲੀਆ ਵਾਸਤੇ ਓਵਰਆਲ 5.5 ਵੀ ਹੋਣ, ਨਾਟ ਲੈਸ ਦੈਨ 5, ਉਹਦੇ ਉੱਤੇ ਵੀ ਵੀਜ਼ਾ ਦਿੰਦਾ ਹੈ ਆਸਟ੍ਰੇਲੀਆ ਐਲੀ ਕੋਰਸ ਨਾਲ। ਇੱਥੇ ਤੁਹਾਨੂੰ ਮਿਲ ਜਾਏਗਾ। ਔਰ ਆ ਗਈ ਹੁਣ ਤੁਹਾਡੀ ਪ੍ਰੋਫਾਈਲ ਦੀ ਗੱਲ ਆ ਗਈ। 2020 ਤੋਂ ਬਾਅਦ ਤੁਹਾਡੀ ਪ੍ਰੋਫਾਈਲ ਦੇ ਵਿੱਚ ਗੈਪ ਹੈਗਾ 2 6.5 2 ਚ 6 ਦੇ ਵਿੱਚ, ਔਰ ਤੁਹਾਨੂੰ ਸੁਣਨ ਚ ਆਇਆ ਕਿ ਕੈਨੇਡਾ ਬੰਦ ਹੋ ਗਿਆ, ਕੈਨੇਡਾ ਵੀਜ਼ੇ ਨਹੀਂ ਦੇ ਰਿਹਾ। ਤੁਸੀਂ ਮੇਰੇ ਕੋਲ ਆ ਕੇ ਕੋਮਲ ਜਨਵਰੀ ਇਨਟੇਕ ਦਾ ਅਪਲਾਈ ਕਰੋ। ਆਈ ਪ੍ਰੋਮਿਸ ਯੂ ਨਵੰਬਰ ਮਹੀਨੇ 'ਚ ਤੁਸੀਂ ਆਪ ਆਪਣਾ ਇੰਟਰਵਿਊ ਦੇ ਰਹੇ ਹੋਣਗੇ ਕਿ ਮੈਂ ਅਪਲਾਈ ਕੀਤਾ ਸੀ ਔਰ ਮੇਰਾ ਕੈਨੇਡਾ ਦਾ ਵੀਜ਼ਾ ਆਇਆ। ਇਸ ਚੀਜ਼ ਦਾ ਮੈਂ ਪ੍ਰੋਮਿਸ ਤੁਹਾਨੂੰ ਇਸੇ ਮੰਚ ਤੇ ਕਰ ਰਿਹਾ। ਜੀ ਜੀ। ਹਰ ਚੀਜ਼ ਪ੍ਰੋਫਾਈਲ ਤੇ ਡਿਪੈਂਡ ਕਰਦੀ ਹੈ। ਹਰ ਚੀਜ਼ ਆਪਾਂ ਕਿੱਦਾਂ ਅਪਲਾਈ ਕੀਤਾ, ਕਿਹੜੇ ਕਾਲਜ 'ਚ ਕੀਤਾ, ਕਿੰਨੇ ਸਮਾਂ ਪਹਿਲਾਂ ਕਰਤਾ। ਜਨਵਰੀ ਇਨਟੇਕ ਦੀ ਗੱਲ ਕਰ ਰਿਹਾ, ਜੇ ਮੈਂ ਤੁਸੀਂ ਮੇਰੇ ਰਾਹੀਂ ਅਪਲਾਈ ਕਰਦੇ ਹੋ, ਮੈਂ ਤੁਹਾਡੀ 20-22 ਦਿਨ ਦੇ ਅੰਦਰ ਫਾਈਲ ਲਗਾ ਦੇਣੀ ਹਾਈ ਕਮਿਸ਼ਨ ਦੇ ਵਿੱਚ ਰੈਡੀ ਕਰਕੇ। ਜੀ ਜੀ ਜੀ। ਆਪਾਂ ਐਮਬੈਸੀ ਨੂੰ ਖੁੱਲਾ ਸਮਾਂ ਦੇਣਾ ਤੁਹਾਡੀ ਫਾਈਲ ਤੇ ਕੰਮ ਕਰਨ ਨੂੰ। ਠੀਕ ਹੈ ਜੀ। ਤੇ ਤੁਹਾਡਾ ਵੀਜ਼ਾ ਆ ਵੀ ਜਾਏਗਾ। ਇਦਾਂ ਸੁਣੀ ਸੁਣਾਈ ਗੱਲਾਂ ਵਿੱਚ ਨਹੀਂ ਆਉਣਾ ਕਿ ਕੈਨੇਡਾ ਬੰਦ ਹੋ ਗਿਆ। ਇਹ ਚੀਜ਼ ਨਹੀਂ ਹੈ ਕਿ ਕੈਨੇਡਾ ਬੰਦ ਹੋ ਗਿਆ। ਕੈਨੇਡਾ ਕੋਲ ਪੋਟੈਂਸੀ ਬਹੁਤ ਵੱਧ ਗਈ। ਤੁਸੀਂ ਇੱਕ ਚੀਜ਼ ਦਰਸ਼ਕਾਂ ਨੂੰ ਇਹ ਸਮਝਣਾ ਬਹੁਤ ਜ਼ਰੂਰੀ ਹੈ, ਅੱਜ ਤੋਂ 8-9 ਮਹੀਨੇ ਪਹਿਲਾਂ ਐਪਲੀਕੇਸ਼ਨ ਸਿਰਫ 10 ਸੀਗੀਆਂ, ਇਸ ਟਾਈਮ ਐਪਲੀਕੇਸ਼ਨਾਂ 110 ਹੋ ਗਈਆਂ। ਬਿਲਕੁਲ ਬਿਲਕੁਲ। ਜੇ ਨੰਬਰ ਆਫ ਐਪਲੀਕੈਂਟਸ ਵਧੇ ਆ, ਵੀਜ਼ਾ ਅਪਲਾਈ ਕਰਨ ਵਾਲੇ ਵਧੇ ਆ, ਤਾਂ ਐਮਬੈਸੀ ਨੂੰ ਵੀ ਸਮਾਂ ਚਾਹੀਦਾ ਰਿਜ਼ਲਟ ਦੇਣ ਨੂੰ। ਬਿਲਕੁਲ। ਜੇ 15 ਦਿਨ ਕਿਥੇ ਐਸਡੀਐਸ ਦੀ ਉਹਨਾਂ ਦਾ ਪ੍ਰੋਮਿਸ ਸੀਗਾ, ਉਸ ਟਾਈਮ ਦੀ ਨੰਬਰ ਆਫ ਐਪਲੀਕੇਸ਼ਨ ਦੇ ਹਿਸਾਬ ਨਾਲ ਸੀਗਾ ਪ੍ਰੋਮਿਸ ਜੋ ਉਹਨਾਂ ਦਾ ਸੀਗਾ ਜੀ। ਹੁਣ ਜੇ ਨੰਬਰ ਆਫ ਐਪਲੀਕੇਸ਼ਨਸ ਹੀ 100 ਤੋਂ ਸਿੱਧੇ 1 ਲੱਖ ਪਹੁੰਚ ਜਾਣ ਜਾਂ 10,000 ਪਹੁੰਚ ਜਾਣ, ਉਹ ਵੀ ਕੀ ਕਰਨਗੇ? ਉਹਨਾਂ ਨੇ ਤਾਂ ਆਪਣੀ ਇਦਾਂ ਤਾਂ ਹੈ ਨਹੀਂ ਕਿ ਜੋ ਫਾਈਲ ਆਈਆਂ ਐਸਡੀਐਸ ਦੇ ਵਿੱਚ ਚੱਕੋ, ਇਹਨੂੰ ਵੀਜ਼ਾ ਦੇਣਾ, ਇਹਨੂੰ ਵੀਜ਼ਾ ਨਹੀਂ ਦੇਣਾ, ਇਦਾਂ ਕਰਨਾ ਉਹਨੇ, ਇਦਾਂ ਨਹੀਂ ਕਰਨਾ ਹੁੰਦਾ ਨੇ। ਈਚ ਐਂਡ ਐਵਰੀ ਪ੍ਰੋਫਾਈਲ ਉਹਨਾਂ ਨੇ ਵੈਰੀਫਾਈ ਕਰਨੀ ਹੈ, ਹਰ ਚੀਜ਼ ਵੈਰੀਫਾਈ ਕਰਨੀ ਹੈ। ਜੋ ਬੱਚਾ ਉਹਨਾਂ ਨੂੰ ਜੈਨੂਇਨ ਲੱਗੇਗਾ, ਜੋ ਬੱਚਾ ਪੜਨ ਵਾਲਾ ਲੱਗੇਗਾ, ਜੋ ਉਹਨਾਂ ਨੂੰ ਲੱਗੇਗਾ, ਉਹਨਾਂ ਨੂੰ ਇਹ ਵੀ ਪਤਾ ਕਿ ਜੋ ਕੈਨੇਡਾ ਗਿਆ ਉਹਨੇ ਵਾਪਸ ਨਹੀਂ ਆਉਣਾ, ਉਹ ਇਹ ਪ੍ਰੋਫਾਈਲ ਦੇਖਣਗੇ ਕਿ ਇਹ ਬੰਦਾ ਉੱਥੇ ਜਾ ਕੇ ਸਾਨੂੰ ਦਿੱਕਤ ਨਾ ਕ੍ਰੀਏਟ ਕਰੇ, ਸਟੱਡੀ ਕਰੇ, ਲੀਗਲੀ ਵਰਕ ਕਰੇ, ਜਦੋਂ ਪੀਆਰ ਲਏ ਸਾਡੇ ਕੈਨੇਡਾ ਵਾਸਤੇ ਬੈਨੀਫੀਸ਼ੀਅਲ ਹੋਵੇ। ਬਿਲਕੁਲ, ਯਾਨੀ ਅਸੀਂ ਇਹ ਸਮਝ ਸਕਦੇ ਹਾਂ ਅੰਬੈਸੀ ਇਹ ਚਾਹੁੰਦੀ ਕਿ ਜਿਹੜਾ ਵੀ ਸਾਡੇ ਦੇਸ਼ ਦਾ ਹਿੱਸਾ ਬਣਦਾ ਇੱਕ ਸਹੀ ਇੱਕ ਜੈਨੂਇਨ ਪ੍ਰੋਫਾਈਲ ਹੋਵੇ ਤੇ ਤਾਂ ਹੀ ਉਹ ਸਾਡੇ ਦੇਸ਼ ਦਾ ਵਸਨੀਕ ਕਹਿਲਾਇਆ ਜਾਏ। ਸੋ ਬਹੁਤ ਇੱਕ ਵੈਸੇ ਇੱਕ ਗੱਲ ਹੈ ਕਿ ਤੁਸੀਂ ਵੀ ਇਮੀਗ੍ਰੇਸ਼ਨ ਕੰਪਨੀ ਤੇ ਸਟੱਡੀ ਵੀਜ਼ਾ, ਹੋਰ ਵੀ ਕਈ ਵੀਜ਼ਾ ਦੇ ਉੱਪਰ ਕੰਮ ਕਰਦੇ ਹੋ, ਪਰ ਇਹੋ ਜਿਹੀਆਂ ਗੱਲਾਂ ਜਿਵੇਂ ਹੁਣ ਇਹ ਸਟੂਡੈਂਟ ਦਾ ਸਵਾਲ ਸੀ, ਸਾਡੇ ਕੋਲ ਵੀ ਬਹੁਤ ਸਾਰੇ ਸਵਾਲ ਆਉਂਦੇ, ਇਹੀ ਪੁੱਛੀ ਜਾ ਰਹੇ ਨੇ ਸਟੂਡੈਂਟਸ ਕਿ ਕੈਨੇਡਾ ਹੁਣ ਵੀਜ਼ੇ ਨਹੀਂ ਦੇ ਰਿਹਾ, ਕੈਨੇਡਾ ਨੇ ਐਂਟਰੀ ਬੰਦ ਕਰ ਦਿੱਤੀ ਹੈ। ਇਹ ਹਾਲਾਂਕਿ ਗੱਲਾਂ ਫੈਲਾਈਆਂ ਵੀ ਕੁਝ ਐਸੇ ਹੀ ਕੰਸਲਟੈਂਟਸ ਜਾਂ ਏਜੰਟਸ ਵੱਲੋਂ ਜਾਂਦੀਆਂ ਨੇ। ਆਖਿਰ ਕਿਉਂ ਇਸ ਤਰ੍ਹਾਂ ਦੀਆਂ ਅਫਵਾਹਾਂ ਫੈਲਾ ਕੇ ਇੱਕ ਸਟੂਡੈਂਟਸ ਦੇ ਵਿੱਚ ਡਰ ਦਾ ਮਾਹੌਲ ਪਾਇਆ ਜਾਂਦਾ ਜੋ ਪਲਾਨ ਕਰ ਰਹੇ ਹੁੰਦੇ ਨੇ ਕਿ ਆਪਾਂ ਅਪਲਾਈ ਕਰਨਾ ਹੈ? ਸਿੰਪਲ ਜੀ ਗੱਲ ਹੈਗੀ ਹੈ ਨਾ ਮੈਮ ਕਿ ਆਪਾਂ ਲੈਟਸ ਸੇ ਜਿੱਦਾਂ ਅਸੀਂ ਸੇਲਸ ਇੰਡਸਟਰੀ ਤੋਂ ਹੀ ਹੈਗੇ ਆ, ਠੀਕ ਹੈ ਜੀ। ਤੁਸੀਂ ਅੱਜ ਇੱਕ ਐਕਸ ਨਾਮ ਦੀ ਕੰਪਨੀ ਜੌਬ ਕਰ ਰਹੇ ਹੋ, ਠੀਕ ਹੈ, ਫਿਰ ਤੁਸੀਂ ਵਾਈ ਨਾਮ ਦੀ ਕੰਪਨੀ 'ਚ ਚੱਲ ਗਏ ਤੇ ਉੱਥੇ ਫਿਰ ਤੁਸੀਂ ਪੁਰਾਣੀ ਵਾਲੀ ਕੰਪਨੀ ਨੂੰ ਕੀ ਕਹੋਗੇ? ਪ੍ਰੋਡਕਟ ਨੂੰ
ਘੱਟ ਅਹਿਮੀਅਤ ਦੋਗੇ, ਨਵੀਂ ਕੰਪਨੀ ਨੂੰ ਕਹੋਗੇ ਵਧੀਆ ਹੈ। ਬਿਲਕੁਲ। ਹੁਣ ਜੋ ਇਸ ਟਾਈਮ ਕਹਿ ਰਿਹਾ ਵੀ ਕੈਨੇਡਾ ਬੰਦ ਆ, ਆਸਟ੍ਰੇਲੀਆ ਚਲੋ, ਆਸਟ੍ਰੇਲੀਆ ਚਲੋ, ਆਸਟ੍ਰੇਲੀਆ ਚਲੋ, ਇੰਨੇ ਵਿੱਚ ਪਹੁੰਚ ਜਾਓ, ਹਾਂ ਉਹ ਪੈਸੇ ਵੀ ਵੀਜ਼ੇ ਤੋਂ ਬਾਅਦ ਕਰ ਲਓ, ਉਹ ਸਿੱਧੀ ਜੀ ਕਹਾਣੀ ਹੈਗੀ ਹੈ ਕਿ ਉਹਨਾਂ ਨੂੰ ਉੱਥੋਂ ਜ਼ਿਆਦਾ ਬਚ ਰਿਹਾ ਇਸ ਟਾਈਮ ਨਾ। ਹਾਂ ਬਿਲਕੁਲ ਬਿਲਕੁਲ। ਬਟ ਨਹੀਂ, ਵੈਸੇ ਇੱਕ ਗੱਲ ਕਰਨੀ ਪਰ ਇੱਕ ਕੰਟਰੀ ਵੱਲੋਂ ਇਹ ਗੱਲ, ਕੰਟਰੀ ਬਾਰੇ ਗੱਲ ਬੋਲਦੇ ਨਹੀਂ, ਜਦ ਕਿ ਅੰਬੈਸੀ ਵੱਲੋਂ ਕੋਈ ਵੀ ਨਹੀਂ ਕੋਈ ਇਹੋ ਜਿਹੀ ਗੱਲ ਸਾਹਮਣੇ ਆਈ। ਇਸੇ ਕਰਕੇ ਸਟੂਡੈਂਟਸ ਨੂੰ ਵੀ ਅਸੀਂ ਹਮੇਸ਼ਾ ਕਹਿੰਦੇ ਹਾਂ ਅੱਜ ਕੱਲ ਇੰਟਰਨੈਟ ਤੇ ਸਭ ਕੁਝ ਅਵੇਲੇਬਲ ਹੈ, ਜਿਹੜੀ ਅੰਬੈਸੀ ਦੀ ਆਫੀਸ਼ੀਅਲ ਸਾਈਟ ਹੁੰਦੀ ਹੈ ਉੱਥੇ ਜਾ ਕੇ ਤੁਸੀਂ ਪਹਿਲਾਂ ਮੈਮ ਉਹਨਾਂ ਨੇ ਟਵੀਟ ਵੀ ਕੀਤਾ ਹੈ, ਹਾਈ ਕਮਿਸ਼ਨ ਇਨ ਇੰਡੀਆ ਨੇ ਸਾਫ਼ ਕਹੀ ਹੈ ਗੱਲ ਕਿ ਹਾਂ ਉਹਨਾਂ ਕੋਲ ਬੈਕਲੌਗ ਜ਼ਿਆਦਾ ਹੋ ਕੇ, ਰਸ਼ ਜ਼ਿਆਦਾ ਹੋਣ ਕਰਕੇ ਰਿਜ਼ਲਟ ਡਿਲੇਡ ਹੈਗੇ ਆ, ਔਰ ਉਹ ਇਹ ਵੀ ਕਹਿ ਰਿਹਾ ਕਿ ਆਪਾਂ ਕਰ ਰਹੇ ਹਾਂ ਨੂੰ ਐਜ਼ ਫਾਸਟ ਐਜ਼ ਤੁਹਾਨੂੰ ਰਿਜ਼ਲਟ ਦੇ ਸਕੇ, ਆਪਾਂ ਪ੍ਰੋਸੈਸਿੰਗ ਫਾਸਟ ਕਰ ਰਹੇ ਆ। ਔਰ ਸਾਰੇ ਮੈਨੂੰ ਨਹੀਂ ਪਤਾ ਹੁਣ ਤੁਹਾਡੇ ਤੱਕ ਇਨਫੋਰਮੇਸ਼ਨ ਆ ਰਹੀ ਹੈ ਕਿ ਨਹੀਂ ਆ ਰਹੀ ਹੈ, ਬਟ ਫਰੋਮ ਟਿਊਜ਼ਡੇ ਤੋਂ ਸੱਚੀ ਪ੍ਰੋਸੈਸਿੰਗ ਫਾਸਟ ਹੋ ਗਈ ਇਹਨਾਂ ਦੇ ਰਿਜ਼ਲਟਸ ਦੀ ਵੀ ਜੀ। ਠੀਕ ਹੈ ਜੀ, ਇਹਨਾਂ ਦੀ ਪ੍ਰੋਸੈਸਿੰਗ ਫਾਸਟ ਹੋ ਗਈ ਬਿਕੋਜ਼ ਆਪਣੇ ਆਪਸ ਦੀ ਜਿੱਦਾਂ ਮੇਰੀ ਟੀਮ ਦੇ ਨਾਲ ਜਾਂ ਅਦਰ ਕੰਸਲਟੈਂਟਸ ਦੇ ਨਾਲ ਗੱਲ ਹੁੰਦੀ ਹੈ ਤਾਂ ਸਾਰੇ ਕਹਿ ਰਹੇ ਕਿ ਹਾਂ ਮੈਡੀਕਲ ਅਪਡੇਟ ਹੋ ਰਿਹਾ, ਹੁਣ ਬਹੁਤ ਛੇਤੀ ਬੱਚਿਆਂ ਨੂੰ ਪੋਜ਼ਿਟਿਵ ਰਿਜ਼ਲਟ ਆਣਾ ਵੀ ਸ਼ੁਰੂ ਹੋ ਜਾਣੇ। ਜੇ ਰਿਫਿਊਜ਼ਲ ਆਇਆ ਤਾਂ ਵੀਜ਼ੇ ਵੀ ਆਣੇ ਆ, ਤੁਸੀਂ ਆਪ ਦੇਖੋਗੇ। ਬਿਲਕੁਲ। ਜੋ ਇੰਨਾ ਢੇਰ ਉੱਤੇ ਫਾਈਲਾਂ ਲੱਗੀਆਂ, ਇਹ ਤਾਂ ਹੈ ਨਹੀਂ ਕਿ ਉਹਨਾਂ ਨੇ ਇੱਕ ਰਿਫਿਊਜ਼ਲ ਦੇ ਕੇ ਸਭ ਫਾਈਲਾਂ ਨੂੰ ਜੋ ਹੈ ਖਾਲੀ ਕਰ ਦੇਣਾ ਉਧਰੋਂ। ਸੋ ਜਿਹੜੀਆਂ ਕ੍ਰੀਮ ਪ੍ਰੋਫਾਈਲਸ ਨੇ, ਹੁਣ ਅਸੀਂ ਇਹ ਕਹਾਂਗੇ ਉਹਨਾਂ ਕੋਲ ਬਹੁਤ ਸਾਰੇ ਸਿਲੈਕਸ਼ਨ ਕਰਨ ਦੇ ਲਈ ਕ੍ਰੀਮ ਪ੍ਰੋਫਾਈਲਸ ਨੂੰ ਸ਼ਾਇਦ ਪ੍ਰਾਇੋਰਟੀ ਦਿੱਤੀ ਜਾਏਗੀ, ਜਿਸ ਫਾਈਲ ਨੂੰ ਸਹੀ ਢੰਗ ਨਾਲ ਪ੍ਰੈਜ਼ੈਂਟ ਕੀਤਾ ਗਿਆ ਹੋਏਗਾ। ਸਭ ਤੋਂ ਵੱਡੀ ਗੱਲ ਹੈ ਜਿਹਦੀ ਡਾਕੂਮੈਂਟੇਸ਼ਨ ਢੰਗ ਨਾਲ ਹੋਏਗੀ, ਸਹੀ ਢੰਗ ਨਾਲ ਪ੍ਰੈਜ਼ੈਂਟ ਕੀਤਾ ਹੋਏਗਾ, ਵਾਈ ਕੈਨੇਡਾ, ਵਾਈ ਦਿਸ ਕੋਰਸ, ਫਿਊਚਰ ਪ੍ਰੋਸਪੈਕਟ ਕੀ ਹੈਗੇ ਆ, ਉਹ ਚੀਜ਼ ਜੇ ਆਪਾਂ ਸਹੀ ਢੰਗ ਨਾਲ ਪ੍ਰੈਜ਼ੈਂਟ ਕੀਤੀ ਹੋਏਗੀ ਜਿਨ੍ਹਾਂ ਬੱਚਿਆਂ ਦੀ, ਉਹਨਾਂ ਬੱਚਿਆਂ ਦਾ ਪੱਕਾ ਵੀਜ਼ਾ ਆਏਗਾ। ਜੀ ਬਿਲਕੁਲ। ਇਸੇ ਲਈ ਇੱਕ ਚੰਗੇ ਕੰਸਲਟੈਂਟ ਤੋਂ ਹੀ ਫਾਈਲ ਲਗਵਾਓ ਜੋ ਹਰ ਪਹਿਲੂ ਦੇ ਉੱਪਰ ਕੰਮ ਕਰ ਸਕਣ, ਐਸਓਪੀ ਦੇ ਉੱਪਰ ਕੰਮ ਕਰਨ, ਤੁਹਾਡੀ ਕੋਰਸ ਸਿਲੈਕਸ਼ਨ ਦੇ ਉੱਪਰ ਕੰਮ ਕਰਨ, ਕਿਹੜੇ ਪ੍ਰੋਵਿੰਸ ਵਿੱਚ ਜਾਣਾ ਉਹ ਵੀ ਅੱਜ ਦੇ ਟਾਈਮ ਵਿੱਚ ਬਹੁਤ ਜ਼ਰੂਰੀ ਹੋ ਗਿਆ। ਸੋ ਮੈਂ ਹੁਣ ਜੋ ਰੀਸੈਂਟ ਪਾਸ ਆਊਟ ਸਟੂਡੈਂਟਸ ਨੇ 2022 ਵਿੱਚ ਜਿਨ੍ਹਾਂ ਨੇ +2 ਕੀਤੀ ਹੈ, ਉਹਨਾਂ ਲਈ ਵੀ ਇੱਕ ਤੁਹਾਡੇ ਤੋਂ ਮੈਸੇਜ ਜ਼ਰੂਰ ਲੈਣਾ ਚਾਹਾਂਗੀ, ਉਹ ਕੀ ਵਿਜ਼ਨ ਲੈ ਕੇ ਅਪਲਾਈ ਕਰਨ, ਕਿਉਂਕਿ ਕਈ ਸਟੂਡੈਂਟਸ ਆਪਾਂ ਮੰਨ ਸਕਦੇ ਹਾਂ ਉਹਨਾਂ ਦਾ ਫਿਕਸ ਹੁੰਦਾ ਮੈਂ ਕੈਨੇਡਾ ਜਾਣਾ, ਆਸਟ੍ਰੇਲੀਆ ਜਾਣਾ, ਯੂਕੇ ਜਾਣਾ, ਪਰ ਕਈ ਸਟੂਡੈਂਟਸ ਹੁੰਦੇ ਨੇ ਕਿ ਜਿੱਥੇ ਜਲਦੀ ਹੋ ਜਾਏ ਅਸੀਂ ਉੱਥੇ ਅਪਲਾਈ ਕਰਨਾ ਹੈ। ਕੀ ਕਹੋਗੇ ਉਹਨਾਂ ਸਟੂਡੈਂਟਸ? ਦੇਖੋ ਉਹਨਾਂ ਨੂੰ, ਔਰ ਜੋ 2022 ਦੇ ਵਿੱਚ ਹੁਣ ਜਿੰਨੇ ਬੱਚੇ ਪਾਸ ਆਊਟ ਹੋਏ, ਜਿਨ੍ਹਾਂ ਨੇ ਹੁਣ ਆਇਲਸ ਕਰ ਲਿਆ ਜਾਂ ਜੇ ਕਰ ਰਹੇ ਉਹਨਾਂ ਨੂੰ ਮੈਂ ਆਪਣੇ ਵੱਲੋਂ ਇੱਕੋ ਹੀ ਮੈਸੇਜ ਦੇਣਾ ਚਾਹਾਂਗਾ, ਔਰ AFS ਵੱਲੋਂ ਜੀ, ਸਭ ਤੋਂ ਪਹਿਲਾਂ ਆਪਣੇ ਮਾਰਕਸ ਚੈੱਕ ਕਰੋ, ਸਬਜੈਕਟ ਵਾਈਜ਼ ਮਾਰਕਸ ਦੇਖੋ, ਆਪਣਾ ਆਇਲਸ ਦਾ ਸਕੋਰ ਦੇਖੋ, ਠੀਕ ਹੈ, ਫਿਰ ਆਪਣੀ ਐਲੀਜੀਬਿਲਟੀ ਦੇਖੋ, ਆਪਾਂ ਕਿੱਥੇ ਵਾਸਤੇ ਐਲੀਜੀਬਲ ਜ਼ਿਆਦਾ ਹੈਗੇ। ਬਿਲਕੁਲ ਬਿਲਕੁਲ, ਠੀਕ ਹੈ। 6 not less than 6 ਹੈ, ਕੈਨੇਡਾ, ਆਸਟ੍ਰੇਲੀਆ ਡਨ ਹੈ, ਯੂਕੇ, ਹਰ ਕੰਟਰੀ ਡਨ ਹੈ, ਲੇਕਿਨ 2 ਦੇ ਵਿੱਚ 5.5 ਹੈਗੇ, ਫੋਕਸ ਔਨ ਆਸਟ੍ਰੇਲੀਆ ਔਰ ਯੂਕੇ। ਠੀਕ ਹੈ। ਓਵਰਆਲ 5.5 not less than 5 ਰਹਿ ਗਿਆ। ਰੀਸੈਂਟ ਪਾਸ ਆਊਟ ਹੋਣਾ +2 ਤੁਸੀਂ, ਫੋਕਸ ਔਨ ਆਸਟ੍ਰੇਲੀਆ, ਫਿਰ ਕੈਨੇਡਾ ਨੂੰ ਭੁੱਲ ਜਾਓ ਤੁਸੀਂ। ਬਿਲਕੁਲ। ਰਾਦਰ ਦੈਨ ਆਪਾਂ 30 40 50 60 ਹਜ਼ਾਰ ਜੋ ਵੀ ਇੱਕ ਵਾਰ ਟਰਾਈ ਕਰਨ ਚ ਖਰਚਣਾ ਉਹ ਨਾ ਕਰੋ ਉਹ ਚੀਜ਼। ਲੇਕਿਨ ਹਰ ਜੋ ਕੰਟਰੀ ਦੀ ਰਿਕੁਆਇਰਮੈਂਟ ਹੈਗੀ ਹੈ, ਜੋ ਹਰ ਕਾਲਜ ਕਿਸ ਕਾਲਜ ਵਿੱਚ ਅਪਲਾਈ ਕਰ ਰਹੇ ਹੋ ਉਹਦੀ ਰਿਕੁਆਇਰਮੈਂਟ ਦੇਖੋ, ਮੀਟ ਕਰਦੇ ਹੋ ਰਿਕੁਆਇਰਮੈਂਟ ਨੂੰ, ਫਿਰ ਅਪਲਾਈ ਕਰੋ। ਇਦਾਂ ਨਹੀਂ ਕਿ ਅੰਦਾਜ਼ੇ ਨਾਲ। ਔਰ ਹਰ ਗੱਲ ਕੰਸਲਟੈਂਟ ਦੇ ਉੱਤੇ ਵੀ ਨਾ ਛੱਡੋ, ਔਰ ਹਰ ਗੱਲ ਆਪਣੀ ਵੀ ਨਾ ਮਨਵਾਓ। ਜੀ ਆਪਣੀ ਨੌਲੇਜ ਦੇ ਹਿਸਾਬ ਨਾਲ ਸਰਚ ਕਰਕੇ, ਯਾਰ ਵੇਲੀਆਂ ਦੀ ਸਲਾਹ ਲੈ ਕੇ, ਵੱਡਿਆਂ ਦੀ ਸਲਾਹ ਲੈ ਕੇ, ਇੰਟਰਨੈਟ ਨੂੰ ਸਰਚ ਕਰਕੇ, ਨਾਲ ਕੰਸਲਟੈਂਟ ਦਾ ਐਕਸਪੀਰੀਅੰਸ ਮਿਲਾ ਕੇ, ਬਿਲਕੁਲ ਦੋਨਾਂ ਚੀਜ਼ਾਂ ਨੂੰ ਨਾਲ ਲੈ ਕੇ ਚਲੋ, ਤੁਹਾਡਾ ਸੁਪਨਾ ਜ਼ਰੂਰ ਪੂਰਾ ਹੋਏਗਾ। ਜੀ ਬਿਲਕੁਲ। ਸੋ ਜਿੱਥੇ ਤੁਸੀਂ ਇੱਕ ਸਹੀ ਚੁਆਇਸ ਕਰਨ ਲਈ ਇੱਕ ਚੰਗੇ ਕੰਸਲਟੈਂਟ ਨੂੰ ਚੁਣਨਾ, ਤਾਂ ਨਾਲ ਦੇ ਨਾਲ ਉਸ ਕੰਸਲਟੈਂਟ ਬਾਰੇ ਵੀ ਜ਼ਰੂਰ ਜਾਣ ਸਮਝ ਕੇ ਹੀ ਅਪਲਾਈ ਕਰਿਆ ਕਰੋ, ਤਾਂ ਕਿ ਤੁਹਾਡੀ ਪ੍ਰੋਫਾਈਲ ਇੱਕ ਚੰਗੇ ਹੱਥਾਂ ਵਿੱਚ ਜਾ ਕੇ, ਐਕਸਪੀਰੀਅੰਸਡ ਹੱਥਾਂ ਵਿੱਚ ਜਾਵੇ ਤੇ ਉਹ ਤੁਹਾਡਾ ਜਲਦੀ ਤੋਂ ਜਲਦੀ ਸਟੱਡੀ ਵੀਜ਼ਾ ਤੁਹਾਨੂੰ ਮਿਲ ਸਕੇ। ਸੋ ਇਸੇ ਉਮੀਦ ਦੇ ਨਾਲ ਕਿ ਤੁਸੀਂ ਸਾਰੇ ਸ਼ੋਅ ਵਿੱਚ ਜਿਹੜੀ ਅਸੀਂ ਗੱਲਬਾਤ ਕਰਦੇ ਹਾਂ, ਜਾਣਕਾਰੀ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ, ਉਸ ਦਾ ਵੱਧ ਤੋਂ ਵੱਧ ਫਾਇਦਾ ਜ਼ਰੂਰ ਲਓਗੇ। ਲਗਾਤਾਰ ਜੋ ਨੰਬਰ ਡਿਸਪਲੇ ਹੋ ਰਿਹਾ ਇਸ ਨੂੰ ਨੋਟ ਕਰ ਲਓ ਤੁਸੀਂ ਕਾਪੀ ਦੇ ਵਿੱਚ। EIFS ਇਮੀਗ੍ਰੇਸ਼ਨ ਦਾ ਨੰਬਰ ਹੈ। ਸ਼ੋਅ ਤੋਂ ਬਾਅਦ ਵੀ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ। ਸੈਕਟਰ 40C ਚੰਡੀਗੜ੍ਹ ਵਿੱਚ ਇਹਨਾਂ ਦਾ ਆਫਿਸ ਹੈ। ਡਾਕੂਮੈਂਟਸ ਲੈ ਕੇ ਵਿਜ਼ਿਟ ਕਰੋ ਤਾਂ ਕਿ ਅਸੈਸਮੈਂਟ ਹੋ ਸਕੇ, ਤੁਹਾਨੂੰ ਪਤਾ ਚੱਲ ਸਕੇ ਤੁਹਾਡੀ ਪ੍ਰੋਫਾਈਲ ਦੇ ਅਕੋਰਡਿੰਗਲੀ ਕਿੰਨੀਆਂ ਆਪਸ਼ਨਸ ਤੁਹਾਡੇ ਲਈ ਅਵੇਲੇਬਲ ਨੇ, ਤਾਂ ਕਿ ਤੁਸੀਂ ਆਪਣਾ ਫਿਊਚਰ ਜਲਦੀ ਤੋਂ ਜਲਦੀ ਬ੍ਰਾਈਟ ਕਰ ਸਕੋ। ਥੈਂਕ ਯੂ ਸੋ ਮਚ ਜੀ ਤੁਹਾਡਾ। ਸ਼ੋਅ ਵਿੱਚ ਆਏ ਤੁਸੀਂ ਇਹ ਜਾਣਕਾਰੀ ਦਰਸ਼ਕਾਂ ਨਾਲ ਸਾਂਝੀ ਕੀਤੀ ਹੈ। ਇਸ ਦੇ ਨਾਲ ਹੀ ਹੁਣ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ। ਧੰਨਵਾਦ।